Hello everyone, welcome to Victor's Knowledge. This is Chinu Sharma, and today I am going to take up demo lecture for the subject of general science. So ਅੱਜ ਦਾ ਜਿਹੜਾ ਸਪੈਸ਼ਲ ਡੈਮੋ ਲੈਕਚਰ ਹੈ ਇਹਦੇ ਅੰਦਰ ਆਪਾਂ ਲੈਕਚਰ 1 ਕਵਰ ਕਰਾਂਗੇ ਤੇ ਟੌਪਿਕ ਰਹੂਗਾ ਸੈੱਲ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਬਾਇਓ ਸਬਜੈਕਟ ਦਾ। ਕਿਸੇ ਵੀ ਐਗਜ਼ਾਮ ਵਿੱਚ ਤੁਸੀਂ ਦੇਖੋਗੇ ਤਾਂ ਸਾਇੰਸ ਦੇ ਅੰਡਰ ਇਸ ਟੌਪਿਕ ਦੇ ਵਿੱਚੋਂ 100% ਕੁਐਸਚਨ ਦੇਖਣ ਨੂੰ ਮਿਲਦਾ ਹੈ। ਸੋ ਅੱਜ ਆਪਾਂ ਇੱਕ ਤਾਂ ਟੌਪਿਕ ਕਵਰ ਕਰਾਂਗੇ, ਲਾਸਟ ਵਿੱਚ ਮੈਂ ਤੁਹਾਨੂੰ ਕਰੰਟ ਇਸ਼ੂਜ਼ ਦੱਸੂਗੀ ਸੋ ਜਿਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਆਪਾਂ ਨੇ ਸਾਇੰਸ ਦੇ ਨਾਲ ਇਸ ਸਬਜੈਕਟ ਦੇ ਵਿੱਚੋਂ ਕਰੰਟ ਇਸ਼ੂਜ਼ ਕਿਵੇਂ ਤਿਆਰ ਕਰਨੇ ਨੇ। ਤੇ ਜਿਹੜਾ ਇਹ ਡੈਮੋ ਲੈਕਚਰ ਹੈ ਇਹ ਜੋ ਮੈਂ ਸਪੈਸ਼ਲ ਪੇਡ ਕੋਰਸ ਸਟਾਰਟ ਕੀਤਾ ਹੋਇਆ ਫॉर ਪੀਪੀਐਸਸੀ ਕੋਆਪਰੇਟਿਵ ਐਂਡ ਨਾਇਬ ਤਹਿਸੀਲਦਾਰ ਐਗਜ਼ਾਮ ਉਹਦੇ ਲਈ ਤੁਹਾਡਾ ਡੈਮੋ ਲੈਕਚਰ ਰਹੂਗਾ। So now let's start with the topic ਤੇ ਆਪਾਂ ਸਟਾਰਟ ਕਰਾਂਗੇ ਬੇਸਿਕ ਇੰਟਰੋਡਕਸ਼ਨ ਤੋਂ। ਸੈੱਲ ਦੇ ਬਾਰੇ ਕੁਝ ਇੰਪੋਰਟੈਂਟ ਆਪਾਂ ਫੈਕਟਸ ਦੇਖਾਂਗੇ। ਸੋ ਸੈੱਲ ਵਰਡ ਦਾ ਮਤਲਬ ਕੀ ਹੈ? ਜੇ ਆਪਾਂ ਬਾਇਓ ਦੀ ਗੱਲ ਕਰੀਏ ਤਾਂ ਬਾਇਓ ਦੇ ਵਿੱਚ ਸੈੱਲ ਨੂੰ ਕਿਹਾ ਜਾਂਦਾ ਹੈ ਵੀ ਆਰਗੇਨਿਜ਼ਮ ਦਾ ਬੇਸਿਕ ਸਟਰਕਚਰਲ ਯੂਨਿਟ ਹੈ। ਜਿਵੇਂ ਆਪਾਂ ਕੋਈ ਬਿਲਡਿੰਗ ਤਿਆਰ ਕਰਨੀ ਹੁੰਦੀ ਹੈ, ਕੋਈ ਘਰ ਪਾਉਣਾ ਹੈ, ਕੋਈ ਹੋਰ ਬਿਲਡਿੰਗ ਤਿਆਰ ਕਰਨੀ ਹੈ ਤਾਂ ਆਪਾਂ ਇੱਕ ਛੋਟੀਆਂ-ਛੋਟੀਆਂ ਇੱਟਾਂ ਨੂੰ ਜੋੜ ਕੇ ਆਪਾਂ ਇੱਕ ਸਟਰਕਚਰ ਖੜਾ ਕਰਦੇ ਹਾਂ। ਸੋ ਜਿਹੜਾ ਸਭ ਤੋਂ ਬੇਸਿਕ ਯੂਨਿਟ ਹੈ ਜਿਹਨੂੰ ਆਪਸ ਦੇ ਵਿੱਚ ਜੁੜ ਕੇ ਇੱਕ ਆਰਗਨ ਤਿਆਰ ਹੁੰਦਾ ਹੈ, ਫਿਰ ਆਰਗਨ ਤੋਂ ਆਰਗੇਨਿਜ਼ਮ ਬਣਦਾ ਹੈ, ਪੂਰਾ ਇਨਸਾਨ ਬਣਦਾ ਹੈ, ਐਨੀਮਲਸ ਬਣਦੇ ਨੇ, ਬਰਡਸ ਬਣਦੇ ਨੇ। ਸੋ ਜਿਹੜਾ ਬੇਸਿਕ ਸਟਰਕਚਰ ਹੈ ਜਿਹਨੂੰ ਜੁੜ ਕੇ ਇੱਕ ਪੂਰਾ ਦਾ ਪੂਰਾ ਆਰਗੇਨਿਜ਼ਮ ਤਿਆਰ ਹੁੰਦਾ ਹੈ ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਸੈੱਲ। ਸੋ ਸੈੱਲ ਕੀ ਹੈ? ਇੱਕ ਫੰਡਾਮੈਂਟਲ ਬੇਸਿਕ ਯੂਨਿਟ ਹੈ, ਸਭ ਤੋਂ ਸਟਾਰਟਿੰਗ ਵਾਲੀ ਛੋਟੀ ਚੀਜ਼ ਹੈ ਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਜੇ ਇੱਟਾਂ ਹੀ ਨਹੀਂ ਹੋਣਗੀਆਂ ਤਾਂ ਮਕਾਨ ਕਿਵੇਂ ਤਿਆਰ ਹੋਊਗਾ। ਉਸੇ ਤਰ੍ਹਾਂ ਜੇ ਸੈੱਲ ਹੀ ਨਹੀਂ ਹੋਊਗਾ ਤਾਂ ਆਪਸ ਦੇ ਵਿੱਚ ਜੁੜ ਕੇ ਇੱਕ ਪੂਰੇ ਆਰਗੇਨਿਜ਼ਮ ਨੂੰ ਤਿਆਰ ਨਹੀਂ ਕਰ ਸਕਦੇ। ਸੋ ਸੈੱਲ ਕੀ ਹੈ? ਇੱਕ ਬੇਸਿਕ ਸਟਰਕਚਰਲ ਯੂਨਿਟ ਹੈ। 1665 ਦੇ ਵਿੱਚ ਸੈੱਲ ਨੂੰ ਡਿਸਕਵਰ ਕੀਤਾ ਸੀ ਰਾਬਰਟ ਹੂਕ ਨੇ। ਇਹ ਨਾਮ ਤੇ ਈਅਰ ਦੋਨੋਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਵੀ ਜੋ ਸੈੱਲ ਹੈ ਇਹਨੂੰ ਇੱਕ ਲਿਵਿੰਗ ਆਰਗੇਨਿਜ਼ਮ ਮੰਨਿਆ ਜਾਂਦਾ ਹੈ। ਜਿਹੜੇ ਆਪਣੀ ਇਨਸਾਨ ਦੀ ਬਾਡੀ ਹੈ, ਸਰੀਰ ਹੈ, ਇਹਦੇ ਵਿੱਚ ਬਹੁਤ ਸਾਰੇ ਸੈੱਲ ਹੁੰਦੇ ਨੇ, ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਸੈੱਲ ਪਾਏ ਜਾਂਦੇ ਨੇ। ਸਕਿਨ ਦੇ ਵਿੱਚ ਅਲੱਗ, ਮਸਲਸ ਦੇ ਵਿੱਚ ਅਲੱਗ, ਆਪਣੇ ਬਲੱਡ ਦੇ ਵਿੱਚ ਅਲੱਗ ਤਰ੍ਹਾਂ ਦੇ ਸੈੱਲ ਹੁੰਦੇ ਨੇ। ਤੇ ਜਿਹੜੇ ਇਹ ਸੈੱਲ ਨੇ ਇਹਨਾਂ ਦੀ ਸ਼ੇਪ ਤੇ ਸਾਈਜ਼ ਵੀ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ। ਸੋ ਜਿਹੜੀ ਸ਼ੇਪ ਹੈ ਸੈੱਲ ਦੀ ਉਹ ਕਈ ਵਾਰੀ ਸਰਕੂਲਰ ਫਾਰਮ ਦੀ ਹੁੰਦੀ ਹੈ, ਸਫੈਰਿਕਲ, ਰਾਉਂਡ ਜਾਂ ਫਿਰ ਥੋੜੀ ਬਹੁਤ ਇਲੋਂਗੇਟਡ ਹੁੰਦੀ ਹੈ। ਸੋ ਕਦੇ ਵੀ ਜਿਹੜੇ ਸੈੱਲ ਨੇ ਉਹ ਇੱਕੋ ਤਰ੍ਹਾਂ ਦੀ ਸ਼ੇਪ ਦੇ ਨਹੀਂ ਹੁੰਦੇ। ਇਹ ਵੀ ਤੁਸੀਂ ਫੈਕਟ ਯਾਦ ਰੱਖਣਾ ਹੈ ਕਿ ਨਾਰਮਲੀ ਜਿਹੜੇ ਸੈੱਲ ਨੇ ਉਹ ਅਲੱਗ-ਅਲੱਗ ਸ਼ੇਪ ਤੇ ਸਾਈਜ਼ ਦੇ ਪਾਏ ਜਾਂਦੇ ਨੇ। ਸੈੱਲ ਦੇ ਅੰਦਰ ਜਿਹੜੀ ਲਿਵਿੰਗ ਸਬਸਟੈਂਸ ਪਾਈ ਜਾਂਦੀ ਹੈ, ਜਿਹੜੀ ਚੀਜ਼ ਸੈੱਲ ਦੇ ਅੰਦਰ ਜ਼ਿੰਦਾ ਹੈ, ਉਹਦਾ ਪੂਰਾ ਜਿਹੜੀ ਬੇਸ ਤਿਆਰ ਕਰਦੀ ਹੈ ਸੈੱਲ ਦੀ, ਉਸ ਚੀਜ਼ ਨੂੰ ਨਾਮ ਦਿੱਤਾ ਗਿਆ ਪ੍ਰੋਟੋਪਲਾਜ਼ਮ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ। ਤੇ ਜੇ ਆਪਾਂ ਨੰਬਰ ਆਫ ਸੈਲਸ ਦੀ ਗੱਲ ਕਰੀਏ ਤਾਂ ਆਰਗੇਨਿਜ਼ਮ ਨੂੰ ਦੋ ਤਰ੍ਹਾਂ ਦੇ ਵਿੱਚ ਆਪਾਂ ਡਿਵਾਈਡ ਕਰਦੇ ਹਾਂ। ਸੋ ਦੋ ਤਰ੍ਹਾਂ ਦੇ ਆਰਗੇਨਿਜ਼ਮ ਨੇ ਬੇਸਡ ਔਨ ਨੰਬਰ ਆਫ ਸੈੱਲ। ਇੱਕ ਨੇ ਯੂਨੀਸੈਲੂਲਰ ਆਰਗੇਨਿਜ਼ਮ, ਦੂਜੇ ਨੇ ਮਲਟੀਸੈਲੂਲਰ। ਆਪਾਂ ਨੂੰ ਇਹ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਯੂਨੀ ਤੇ ਮਲਟੀ। ਯੂਨੀ ਦਾ ਮਤਲਬ ਹੈ ਸਿੰਗਲ, ਮਲਟੀ ਦਾ ਮਤਲਬ ਹੈ ਮੈਨੀ, ਮੋਰ ਦੈਨ ਵਨ। ਸੋ ਯੂਨੀਸੈਲੂਲਰ ਆਰਗੇਨਿਜ਼ਮ ਉਹ ਨੇ ਜਿਹੜੇ ਇੱਕ ਸਿੰਗਲ ਸੈੱਲ ਤੋਂ ਤਿਆਰ ਹੁੰਦੇ ਨੇ ਤੇ ਇਹਦੀ ਐਗਜ਼ਾਮਪਲ ਹੈ ਅਮੀਬਾ, ਕਲੈਮੀਡੋਮੋਨਾਸ, ਪੈਰਾਮੀਸ਼ੀਅਮ, ਬੈਕਟੀਰੀਆ। ਮਲਟੀਸੈਲੂਲਰ ਉਹ ਆਰਗੇਨਿਜ਼ਮ ਨੇ ਜਿਨ੍ਹਾਂ ਦੇ ਸਰੀਰ ਦੇ ਅੰਦਰ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਸੈੱਲ ਪਾਏ ਜਾਂਦੇ ਨੇ, ਜਿਵੇਂ ਕਿ ਆਪਾਂ ਇਨਸਾਨ, ਹਿਊਮਨ ਬੀਇੰਗਸ, ਐਨੀਮਲਸ, ਬਰਡ। ਸੋ ਇਹ ਤੁਸੀਂ ਐਗਜ਼ਾਮਪਲਸ ਐਗਜ਼ਾਮ ਦੇ ਲਈ 100% ਯਾਦ ਰੱਖਣੀਆਂ ਨੇ। ਨੈਕਸਟ 1674 ਦੇ ਵਿੱਚ ਲਿਊਵੈਨ ਹੁਕ ਨੇ ਮਾਈਕਰੋਸਕੋਪ ਦੀ ਹੈਲਪ ਦੇ ਨਾਲ ਪਹਿਲੀ ਵਾਰੀ ਕਿਸੇ ਇੱਕ ਪਾਣੀ ਦੇ ਪੌਂਡ ਦੇ ਵਿੱਚ ਫ੍ਰੀਲੀ ਲਿਵਿੰਗ ਸੈਲਸ ਨੂੰ ਦੇਖਿਆ ਸੀ, ਡਿਸਕਵਰ ਕੀਤਾ ਸੀ। ਸੋ ਫ੍ਰੀ ਲਿਵਿੰਗ ਸੈਲਸ ਨੂੰ ਕਿਹਨੇ ਡਿਸਕਵਰ ਕੀਤਾ ਸੀ? ਲਿਊਵੈਨ ਹੁਕ। ਇਹ ਤੁਸੀਂ ਨਾਮ ਐਜ਼ ਇਟ ਇਜ਼ ਯਾਦ ਰੱਖਣਾ ਹੈ। ਤੇ ਕਿਸ ਚੀਜ਼ ਦੀ ਮਦਦ ਦੇ ਨਾਲ ਉਹਨੇ ਸੈੱਲ ਨੂੰ ਦੇਖਿਆ ਸੀ? ਸੋ ਉਹਨਾਂ ਨੇ ਮਾਈਕਰੋਸਕੋਪ ਡਿਵੈਲਪ ਕਰਕੇ ਮਾਈਕਰੋਸਕੋਪ ਦੇ ਜ਼ਰੀਏ ਸੈਲਸ ਨੂੰ ਦੇਖਿਆ। ਦੈਨ ਜਿਹੜਾ ਸੈੱਲ ਦੇ ਅੰਦਰ ਇੱਕ ਨਿਊਕਲੀਅਸ ਪਾਇਆ ਜਾਂਦਾ ਹੈ ਉਹਦੀ ਡਿਸਕਵਰੀ ਕਿਹਨੇ ਕੀਤੀ? ਸੋ ਨਿਊਕਲੀਅਸ ਦੀ ਡਿਸਕਵਰੀ ਕੀਤੀ 1831 ਵਿੱਚ ਰਾਬਰਟ ਬਰਾਊਨ ਨੇ। ਦੈਨ
ਜਿਹੜਾ ਪ੍ਰੋਟੋਪਲਾਜ਼ਮ ਮੈਂ ਤੁਹਾਨੂੰ ਦੱਸਿਆ, ਜਿਹੜਾ ਲਿਵਿੰਗ ਸਬਸਟੈਂਸ ਸੈੱਲ ਦੇ ਅੰਦਰ ਪਾਇਆ ਜਾਂਦਾ ਹੈ, ਇੱਕ ਫਲੂਇਡ ਲਿਕੁਇਡ ਜਿਹਾ ਸਬਸਟੈਂਸ ਹੁੰਦਾ ਹੈ। ਇਹ ਜਿਹੜਾ ਨਾਮ ਦਿੱਤਾ ਪ੍ਰੋਟੋਪਲਾਜ਼ਮ, ਉਸ ਫਲੂਇਡ ਸਬਸਟੈਂਸ ਨੂੰ 1839 ਦੇ ਵਿੱਚ ਪਰਕਿੰਜੀ ਨੇ ਇਹ ਨਾਮ ਦਿੱਤਾ। ਦੈਨ ਜਿਹੜੀ ਸੈੱਲ ਦੀ ਸਾਰੀ ਥਿਊਰੀ ਹੈ, ਜਿਹਦੇ ਅੰਦਰ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਲਾਈਫ ਦਾ, ਇਨਸਾਨ ਨੂੰ ਤਿਆਰ ਕਰਨ ਦਾ ਜਿਹੜਾ ਬੇਸ ਹੈ, ਫੰਡਾਮੈਂਟਲ ਬੇਸਿਕ ਯੂਨਿਟ ਹੈ, ਉਹ ਸੈੱਲ ਹੈ। ਸੋ ਜਿਹੜੀ ਇਹ ਥਿਊਰੀ ਦਿੱਤੀ ਹੈ, ਇਹ ਦਿੱਤੀ ਸੀ ਸ਼ਲਾਡਿਨ ਤੇ ਸ਼ਵੈਨ ਨੇ 1838 ਤੇ 1839 ਦੇ ਵਿੱਚ। So according to the cell theory, all the plants and animals are composed of cell and that the cell is the basic unit of life. Then 1855 ਦੇ ਵਿੱਚ ਵਰਸ਼ੋ ਨੇ ਐਕਸਪਲੇਨ ਕੀਤਾ ਸੀ ਹੋਰ ਡਿਟੇਲ ਦੇ ਵਿੱਚ ਇਸ ਸੈੱਲ ਥਿਊਰੀ ਨੂੰ, ਤੇ ਉਹਨਾਂ ਨੇ ਸੁਜੈਸਟ ਕੀਤਾ ਸੀ ਵੀ ਜਿਹੜੇ ਵੀ ਇਹ ਸੈੱਲ ਨੇ, ਇਹ ਆਲਰੇਡੀ ਜੋ ਐਗਜ਼ਿਸਟਿੰਗ ਸੈੱਲ ਨੇ ਉਹਨਾਂ ਤੋਂ ਹੀ ਨਿਕਲ ਕੇ ਆਉਂਦੇ ਨੇ। ਦੈਨ 1940 ਦੇ ਵਿੱਚ ਇਲੈਕਟ੍ਰੋਨ ਮਾਈਕਰੋਸਕੋਪ ਦੀ ਜਦੋਂ ਡਿਸਕਵਰੀ ਹੋਈ, ਉਸ ਤੋਂ ਬਾਅਦ ਹੀ ਅਸਲੀ ਜਿਹੜਾ ਸੈੱਲ ਦਾ ਪੂਰਾ ਕੰਪਲੈਕਸ ਸਟਰਕਚਰ ਹੈ ਉਹਦੇ ਬਾਰੇ ਜਾਣਕਾਰੀ ਹਾਸਲ ਕਰ ਸਕੇ। ਸੋ 1940 discovery of electron microscope made possible to observe as well as understand the complex structure of the cell. ਸੋ ਤੁਸੀਂ ਐਗਜ਼ਾਮ ਦੇ ਲਈ ਇੱਕ ਤਾਂ 1665 ਈਅਰ ਯਾਦ ਰੱਖਣਾ ਹੈ। ਦੈਨ ਨੈਕਸਟ ਤੁਸੀਂ ਇਹ ਜਿਹੜੀ ਸੈੱਲ ਥਿਊਰੀ ਹੈ ਮੇਨ ਆਪਣੀ, ਜਿਹਦੇ ਅੰਦਰ ਕਿਹਾ ਗਿਆ ਹੈ ਕਿ ਸੈੱਲ ਬੇਸਿਕ ਯੂਨਿਟ ਹੈ ਲਾਈਫ ਦਾ, ਇਹਦੇ ਜਿਹੜੇ ਦੋ ਰਿਸਰਚਰ ਸੀਗੇ ਜਿਨ੍ਹਾਂ ਨੇ ਇਸ ਥਿਊਰੀ ਦਾ ਪ੍ਰਪੋਜ਼ਲ ਰੱਖਿਆ 1838 ਤੇ 1839 ਦੇ ਵਿੱਚ। ਸੋ ਇਹ ਦੋ ਨਾਮ ਤੁਹਾਨੂੰ ਐਗਜ਼ਾਮ ਦੇ ਲਈ 100% ਯਾਦ ਹੋਣੇ ਚਾਹੀਦੇ ਆ। ਮੂਵਿੰਗ ਫਰਦਰ, ਹੁਣ ਆਪਾਂ ਦੇਖਾਂਗੇ ਜਿਹੜੇ ਸੈੱਲ ਹੈ, ਪਹਿਲਾਂ ਆਪਾਂ ਸਟਾਰਟਿੰਗ ਵਿੱਚ ਦੇਖਿਆ ਸੀ ਕਿ ਨੰਬਰ ਆਫ ਸੈੱਲ ਦੇ ਆਧਾਰ ਦੇ ਉੱਤੇ ਆਰਗੇਨਿਜ਼ਮ ਨੂੰ ਆਪਾਂ ਨੇ ਦੋ ਕੈਟਾਗਰੀਜ਼ ਦੇ ਵਿੱਚ ਵੰਡਿਆ। ਹੁਣ ਆਪਾਂ ਜਿਹੜੀ differentiation ਕਰਨੀ ਹੈ, categorization ਕਰਨੀ ਹੈ, ਇਹ ਕਰਨੀ ਹੈ on the basis of presence of nuclear membrane. ਸੋ ਜਿਹੜੇ ਵੀ ਸੈੱਲ ਦੇ ਅੰਦਰ ਨਿਊਕਲੀਅਰ ਮੈਂਬਰੇਨ ਪ੍ਰੈਜ਼ੈਂਟ ਹੈ ਉਹਨਾਂ ਨੂੰ ਕਿਹਾ ਗਿਆ ਯੂਕੈਰੀਓਟਿਕ, ਤੇ ਜਿਨ੍ਹਾਂ ਦੇ ਅੰਦਰ ਨਿਊਕਲੀਅਰ ਮੈਂਬਰੇਨ ਐਬਸੈਂਟ ਹੈ ਉਹਨਾਂ ਨੂੰ ਕਿਹਾ ਗਿਆ ਪ੍ਰੋਕੈਰੀਓਟਿਕ। ਤੇ ਪ੍ਰੋਕੈਰੀਓਟਿਕ ਕਿੰਨਾ ਵਿੱਚ ਹੁੰਦਾ ਹੈ? ਸੋ ਬੈਕਟੀਰੀਆ, ਬਲੂ ਗ੍ਰੀਨ ਐਲਗੇ, ਇਹਨਾਂ ਸਾਰਿਆਂ ਦੇ ਵਿੱਚ ਪ੍ਰੋਕੈਰੀਓਟਿਕ ਸੈੱਲ ਨੇ, ਮਤਲਬ ਕਿ ਬਿਨਾਂ ਨਿਊਕਲੀਅਰ ਮੈਂਬਰੇਨ ਵਾਲੇ। ਤੇ ਜਿਹੜੇ ਯੂਕੈਰੀਓਟਿਕ ਹੈ ਜਿਨ੍ਹਾਂ ਦੇ ਅੰਦਰ ਨਿਊਕਲੀਅਰ ਮੈਂਬਰੇਨ ਪ੍ਰੈਜ਼ੈਂਟ ਹੈ, ਜੋ ਵੀ ਮਲਟੀ ਸੈਲੂਲਰ ਹੁੰਦੇ ਨੇ ਜਿਵੇਂ ਹਿਊਮਨ ਬੀਇੰਗਸ, ਬਰਡ, ਐਨੀਮਲ, ਉਹ ਸਾਰੇ ਯੂਕੈਰੀਓਟਿਕ ਕੈਟਾਗਰੀ ਦੇ ਵਿੱਚ ਆਉਂਦੇ ਨੇ। ਸੋ ਪ੍ਰੋਕੈਰੀਓਟਿਕ ਤੇ ਯੂਕੈਰੀਓਟਿਕ ਦਾ ਫਰਕ ਕਿਸ ਚੀਜ਼ ਦੇ ਆਧਾਰ ਤੇ ਕੀਤਾ ਗਿਆ? ਕੈਟੇਗਰਾਈਜ਼ੇਸ਼ਨ। ਇਹ ਤੁਸੀਂ ਯਾਦ ਰੱਖਣਾ ਹੈ on the basis of presence of nuclear membrane. ਸੋ ਬਾਕੀ ਜੇ ਤੁਸੀਂ ਡੀਟੇਲ ਦੇ ਵਿੱਚ ਸਮਝਣਾ ਹੋਵੇ ਤਾਂ ਤੁਸੀਂ ਇਹ ਜਿਹੜੀਆਂ ਫਿਗਰਸ ਨੇ ਇਹ ਵੀ ਦੇਖ ਸਕਦੇ ਹੋ। ਇਹ ਯੂਕੈਰੀਓਟਿਕ ਸੈੱਲ ਦੀ ਹੈ, ਇਹ ਹੈ ਪ੍ਰੋਕੈਰੀਓਟਿਕ ਦੀ। ਨੈਕਸਟ ਇਜ਼ ਸੈੱਲ ਹੈ ਜਿਹੜਾ, ਉਹਦਾ ਇੱਕ ਮੇਨ ਬੇਸਿਕ ਜਿਹੜਾ ਹਰ ਸੈੱਲ ਦੇ ਵਿੱਚ ਕਾਮਨ ਸਟਰਕਚਰ ਪਾਇਆ ਜਾਂਦਾ ਹੈ, ਉਹ ਮੇਨ ਫੀਚਰਸ ਕੀ ਨੇ? ਸੋ ਤਿੰਨ ਮੇਨ ਫੀਚਰ ਨੇ ਜਿਹੜੇ ਹਰ ਸੈੱਲ ਦੇ ਅੰਦਰ ਹੁੰਦੇ ਨੇ। ਸੋ ਤੁਹਾਨੂੰ ਐਗਜ਼ਾਮ ਦੇ ਲਈ ਇਹ ਡਾਇਰੈਕਟਲੀ MCQ ਦੀ ਫਾਰਮ ਵਿੱਚ ਆ ਸਕਦਾ ਹੈ, which of the following features are present in all cell? ਸੋ ਉੱਥੇ ਤੁਹਾਨੂੰ ਚਾਰ ਆਪਸ਼ਨ ਹੋਣਗੀਆਂ, ਚਾਰਾਂ ਦੇ ਵਿੱਚੋਂ ਇੱਕ ਐਜੀ ਆਪਸ਼ਨ ਹੋਊਗੀ ਜਿਹੜੀ ਨਹੀਂ ਹੋਊਗੀ ਸੈੱਲ ਦੇ ਅੰਦਰ। ਸੋ ਤੁਸੀਂ ਉੱਥੇ ਪਲਾਜ਼ਮਾ ਮੈਂਬਰੇਨ, ਨਿਊਕਲੀਅਸ, ਸਾਈਟੋਪਲਾਜ਼ਮ, ਇਹ ਤਿੰਨਾਂ ਨੂੰ ਦੇਖ ਕੇ ਜਿਹੜੀ ਬਾਕੀ ਚੌਥੀ ਆਪਸ਼ਨ ਹੋਊਗੀ ਉਹਨੂੰ ਟਿਕ ਕਰ ਦੇਣਾ ਹੈ ਜੇ ਕੁਐਸਚਨ ਆਉਂਦਾ ਕਿ ਕਿਹੜਾ ਫੀਚਰ ਨਹੀਂ ਪਾਇਆ ਜਾਂਦਾ ਕਾਮਨਲੀ ਹਰ ਸੈੱਲ ਦੇ ਅੰਦਰ। ਸੋ ਇਹ ਗੱਲ ਹੋ ਰਹੀ ਹੈ ਬੇਸਿਕ ਕਾਮਨ ਫੀਚਰ ਦੀ। ਸੋ ਹੁਣ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ ਵੀ ਕਿਹੜੇ ਤਿੰਨ ਬੇਸਿਕ ਫੀਚਰ ਨੇ ਜਿਹੜੇ ਹਰ ਸੈੱਲ ਦੇ ਅੰਦਰ ਪਾਏ ਜਾਂਦੇ ਨੇ। ਸੋ ਇੱਕ ਤਾਂ ਹੈ ਪਲਾਜ਼ਮਾ ਮੈਂਬਰੇਨ, ਸੈੱਲ ਮੈਂਬਰੇਨ, ਜਿਹੜਾ ਮੇਨ ਇਹ ਸਾਰਾ ਬੇਸ ਹੈ ਸੈੱਲ ਦਾ। ਦੈਨ ਨਿਊਕਲੀਅਸ, ਇਹ ਸੈਂਟਰ ਵਾਲਾ ਪਾਰਟ, ਇਹਨਾਂ ਦੀ ਆਪਾਂ ਡੀਟੇਲ ਅੱਗੇ ਦੇਖਾਂਗੇ one by one। ਥਰਡ ਚੀਜ਼ ਹੈ ਸਾਈਟੋਪਲਾਜ਼ਮ। ਸੋ ਇਹ ਤਿੰਨੋਂ ਚੀਜ਼ਾਂ ਨੇ ਜਿਹੜੀਆਂ ਹਰ ਸੈੱਲ ਦੇ ਅੰਦਰ ਪਾਈਆਂ ਜਾਂਦੀਆਂ ਨੇ, ਚਾਹੇ ਉਹ ਐਨੀਮਲ ਸੈੱਲ ਹੈ, ਪਲਾਂਟ ਸੈੱਲ ਹੈ। ਹੁਣ ਆਪਾਂ one by one ਜਿਹੜੇ ਫੀਚਰਸ ਨੇ ਇਹਨਾਂ ਦੇ ਮੇਨ ਫੈਕਟਸ ਦੇਖਦੇ ਹਾਂ। ਸੋ ਐਗਜ਼ਾਮ ਦੇ ਲਈ ਜੋ ਚੀਜ਼ਾਂ ਇੰਪੋਰਟੈਂਟ ਨੇ ਮੈਂ ਸਿਰਫ ਤੁਹਾਨੂੰ ਉਹੀ ਕਰਵਾ ਰਹੀ ਹਾਂ ਸੋ ਦੈਟ ਤੁਸੀਂ ਕਨਫਿਊਜ਼ ਨਾ ਹੋ, ਤੁਹਾਨੂੰ ਕੋਈ ਇਰਰੈਲੇਵੈਂਟ ਮਟੀਰੀਅਲ ਨਾ ਤਿਆਰ ਕਰਨਾ ਪਵੇ। ਸੋ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਪਲਾਜ਼ਮਾ ਮੈਂਬਰੇਨ, ਸੈੱਲ ਮੈਂਬਰੇਨ ਦੀ। ਕੋਈ ਵੀ ਸੈੱਲ ਹੈ ਜਿਹੜੀ ਉਹਦੀ ਸਾਰੀ ਦੀ ਸਾਰੀ ਇੱਕ ਕਹਿ ਲਓ ਸਕਿਨ ਹੈ ਜਿਵੇਂ ਆਪਣੇ ਹਿਊਮਨ ਬੀਇੰਗਸ ਦੀ, ਉਸ ਤਰ੍ਹਾਂ ਜਿਹੜੀ ਸੈੱਲ ਦੀ ਆਊਟਰ ਮੋਸਟ ਸਭ ਤੋਂ ਬਾਹਰਲੀ ਕਵਰਿੰਗ ਹੈ
ਉਹਨੂੰ ਕਿਹਾ ਗਿਆ ਪਲਾਜ਼ਮਾ ਮੈਂਬਰੇਨ ਜਾਂ ਫਿਰ ਸੈਲ ਮੈਂਬਰੇਨ। ਸੋ ਜੋ ਵੀ ਇੱਕ ਇਹ ਲੂਜ਼ ਫਾਰਮ ਦੀ ਕਵਰਿੰਗ ਹੈ, ਆਊਟਰਮੋਸਟ ਲੇਅਰ ਹੈ, ਤੇ ਇਹ ਹਰ ਸੈੱਲ 'ਚ ਪਾਈ ਜਾਂਦੀ ਹੈ, ਚਾਹੇ ਉਹ ਐਨੀਮਲ ਸੈੱਲ ਹੈ ਚਾਹੇ ਉਹ ਪਲਾਂਟ ਸੈੱਲ ਹੈ। Plasma membrane allows certain material to enter inside the cell. ਸੋ ਇਹਦੇ ਜ਼ਰੀਏ ਕੁਝ ਚੀਜ਼ਾਂ ਸੈੱਲ ਦੇ ਅੰਦਰ ਜਾਂਦੀਆਂ ਨੇ, ਕੁਝ ਚੀਜ਼ਾਂ ਸੈੱਲ ਤੋਂ ਬਾਹਰ ਆਉਂਦੀਆਂ ਨੇ। Therefore, it is known as selectively permeable membrane. ਮਤਲਬ ਇਹ ਅਲਾਉ ਕਰਦੀ ਹੈ ਚੀਜ਼ਾਂ ਨੂੰ ਅੰਦਰ ਬਾਹਰ ਜਾਣ ਦੇ ਲਈ, ਇਸੇ ਲਈ ਇਹਨੂੰ ਕਿਹਾ ਜਾਂਦਾ ਹੈ selectively permeable membrane। ਸੋ ਇਹਦਾ another name ਹੈ। ਜੋ ਵੀ ਪਾਣੀ ਦੀ ਮੂਵਮੈਂਟ ਹੁੰਦੀ ਹੈ ਮੋਲੀਕਿਊਲਸ ਦੀ, ਇਸੇ ਮੈਂਬਰੇਨ ਦੇ ਵਿੱਚੋਂ ਹੁੰਦੀ ਹੈ, ਅੰਦਰ ਜਾਂਦਾ ਪਾਣੀ, ਬਾਹਰ ਜਾਂਦਾ ਹੈ, ਤੇ ਜਿਹੜਾ ਪ੍ਰੋਸੈਸ ਹੈ ਪੂਰਾ ਵਾਟਰ ਮੋਲੀਕਿਊਲਸ ਦੀ ਮੂਵਮੈਂਟ ਦਾ, ਉਸ ਪੂਰੇ ਪ੍ਰੋਸੈਸ ਨੂੰ ਕਿਹਾ ਗਿਆ ਔਸਮੋਸਿਸ। ਸੋ ਇਹ ਤੁਸੀਂ ਯਾਦ ਰੱਖਣੀ ਹੈ ਟਰਮ ਕਿ ਔਸਮੋਸਿਸ ਦਾ ਮਤਲਬ ਹੈ ਮੂਵਮੈਂਟ ਆਫ ਵਾਟਰ ਮੋਲੀਕਿਊਲ ਥਰੂ ਦ ਸਿਲੈਕਟਿਵਲੀ ਪਰਮੀਏਬਲ ਮੈਂਬਰੇਨ। ਨੈਕਸਟ ਚੀਜ਼ ਆਉਂਦੀ ਹੈ ਸੈਲ ਵਾਲ। ਹੁਣ ਸੈਲ ਵਾਲ ਜਿਹੜੀ ਚੀਜ਼ ਹੈ ਇਹ ਸੈਲ ਮੈਂਬਰੇਨ ਤੋਂ ਵੀ ਬਾਹਰ ਪਾਈ ਜਾਂਦੀ ਹੈ ਤੇ ਸਿਰਫ ਔਰ ਸਿਰਫ ਪਲਾਂਟ ਸੈਲ 'ਚ ਪਾਈ ਜਾਂਦੀ ਹੈ। ਸੋ ਇਹ ਤੁਸੀਂ ਡਿਫਰੈਂਸ ਯਾਦ ਰੱਖਣਾ ਹੈ ਵੀ ਸੈਲ ਵਾਲ ਹੈ ਜਿਹੜੀ ਇਹ ਆਊਟਰ ਕਵਰਿੰਗ ਤੋਂ ਵੀ ਬਾਹਰ ਇੱਕ ਹੋਰ ਪ੍ਰੋਟੈਕਸ਼ਨ ਦੇ ਲਈ ਐਡੀਸ਼ਨਲ ਕਵਰਿੰਗ ਹੈ, ਤੇ ਇਹ ਐਨੀਮਲ ਸੈਲ ਦੇ ਵਿੱਚ ਐਬਸੈਂਟ ਹੈ, ਸਿਰਫ ਔਰ ਸਿਰਫ ਪਲਾਂਟ ਸੈਲ 'ਚ ਪਾਈ ਜਾਂਦੀ ਹੈ। ਦ ਸੈਲ ਵਾਲ ਲਾਈਜ਼ ਆਊਟਸਾਈਡ ਪਲਾਜ਼ਮਾ ਮੈਂਬਰੇਨ, ਤੇ ਇਹ ਕਵਰ ਕਰਦੀ ਹੈ, ਇੱਕ ਐਡੀਸ਼ਨਲ ਪ੍ਰੋਟੈਕਸ਼ਨ ਕਵਰ ਦਿੰਦੀ ਹੈ ਸੈਲ ਮੈਂਬਰੇਨ ਨੂੰ। ਸੈਲ ਵਾਲ ਜਨਰਲੀ ਕਿਸ ਚੀਜ਼ ਦੀ ਬਣੀ ਹੁੰਦੀ ਹੈ, ਇਹ ਕੁਐਸਚਨ ਬਹੁਤ ਵਾਰ ਐਗਜ਼ਾਮ 'ਚ ਆਉਂਦਾ। ਸੋ ਸੈਲ ਵਾਲ ਇਜ਼ essentially composed of cellulose। ਸੋ ਤੁਸੀਂ ਉਰੇ ਵਰਡ ਯਾਦ ਰੱਖਣਾ ਹੈ ਸੈਲੂਲੋਜ਼। ਸੋ ਹੁਣ ਤੁਸੀਂ ਦੋ ਟਰਮਸ ਬਾਰੇ ਅਵੇਅਰ ਹੋ ਗਏ। ਇੱਕ ਤਾਂ ਜਿਹੜੀ ਲੂਜ਼ ਕਵਰਿੰਗ ਹੁੰਦੀ ਹੈ ਪਲਾਂਟ ਤੇ ਐਨੀਮਲ ਸੈਲ ਦੋਨਾਂ 'ਚ ਪਾਈ ਜਾਂਦੀ ਹੈ, ਜਿਹਨੂੰ ਆਪਾਂ ਸੈਮੀ ਪਰਮੀਏਬਲ ਮੈਂਬਰੇਨ ਕਹਿੰਦੇ ਆ, ਜਾਂ ਫਿਰ ਆਪਾਂ ਉਹਨੂੰ ਪਲਾਜ਼ਮਾ ਮੈਂਬਰੇਨ ਜਾਂ ਫਿਰ ਸੈਲ ਮੈਂਬਰੇਨ ਕਹਿੰਦੇ ਆ। ਹੁਣ ਇੱਕ ਹੋਰ ਆਪਾਂ ਨੇ ਗੱਲ ਕੀਤੀ ਸਿਰਫ ਔਰ ਸਿਰਫ ਜਿਹੜੀ ਪਲਾਂਟ ਸੈਲ 'ਚ ਪਾਈ ਜਾਂਦੀ ਹੈ, ਜਿਹੜੀ ਥੋੜੀ ਹਾਰਡ ਆਊਟਰ ਕਵਰਿੰਗ ਹੈ ਸੈਲ ਮੈਂਬਰੇਨ ਤੋਂ ਵੀ ਬਾਹਰ ਹੁੰਦੀ ਹੈ, ਉਹ ਹੋ ਗਈ ਸੈਲ ਵਾਲ, ਤੇ ਉਹ ਕਾਹਦੀ ਬਣੀ ਹੁੰਦੀ ਹੈ ਸੈਲੂਲੋਜ਼ ਦੀ। ਹੁਣ ਆਪਾਂ ਅੰਦਰਲੀਆਂ ਚੀਜ਼ਾਂ ਦੀ ਗੱਲ ਕਰਾਂਗੇ ਸੈੱਲ ਦੀ। ਸੋ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸੈੱਲ ਦੇ ਅੰਦਰ ਪਾਈ ਜਾਂਦੀ ਹੈ, ਤੇ ਇਹ ਹਰ ਸੈੱਲ 'ਚ ਤੁਹਾਨੂੰ ਮਿਲੂਗੀ, ਕਾਮਨ ਫੀਚਰ ਹੈ ਸੈੱਲ ਦਾ, ਉਹ ਹੈ ਨਿਊਕਲੀਅਸ। ਨਿਊਕਲੀਅਸ ਇਹ ਲੈਟਿਨ ਟਰਮ ਤੋਂ ਵਰਡ ਆਇਆ ਹੈ, ਤੇ ਇਹਦਾ ਮਤਲਬ ਹੁੰਦਾ ਹੈ ਕਰਨਲ ਜਾਂ ਫਿਰ ਸੀਡ, ਮਤਲਬ ਬੀਜ ਹੈ ਸੈੱਲ ਦਾ। ਇਹਦੇ ਤੋਂ ਬਿਨਾ ਸੈੱਲ ਹੈ ਜਿਹੜਾ ਉਹ ਗਰੋ ਨਹੀਂ ਕਰ ਸਕਦਾ। ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਹ ਸੈੱਲ ਦੀ। ਨਿਊਕਲੀਅਸ ਦੀ ਡਬਲ ਕਵਰਡ ਲੇਅਰਿੰਗ ਹੁੰਦੀ ਹੈ, ਸੋ ਇਹਨੂੰ ਢੱਕਿਆ ਹੁੰਦਾ ਪੂਰਾ ਡਬਲ ਕਵਰ ਕਰਕੇ, ਤੇ ਜਿਹੜੀ ਉਹ ਲੇਅਰ ਹੈ ਜਿਹਦੇ ਨਾਲ ਪੂਰਾ ਕਵਰ ਕੀਤਾ ਹੁੰਦਾ ਹੈ ਉਹਨੂੰ ਨਾਮ ਦਿੱਤਾ ਗਿਆ ਹੈ ਨਿਊਕਲੀਅਰ ਮੈਂਬਰੇਨ। Then most significant feature of nucleus is it contain chromosome। ਨਿਊਕਲੀਅਰ ਦੇ ਅੰਦਰ ਰੋਡ ਸ਼ੇਪ ਦੇ ਸਟਰਕਚਰ ਹੁੰਦੇ ਨੇ, ਤੇ ਇਹਨਾਂ ਨੂੰ ਨਾਮ ਦਿੱਤਾ ਗਿਆ ਕ੍ਰੋਮੋਸੋਮ ਦਾ। ਸੋ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਕ੍ਰੋਮੋਸੋਮ ਸੈੱਲ ਦੇ ਅੰਦਰ ਕਿੱਥੇ ਪਾਏ ਜਾਂਦੇ ਨੇ। ਸੋ these are present inside the nucleus। Then chromosome are rod shaped structure visible only when cell is about to divide। ਜਦੋਂ ਸੈੱਲ ਆਪਦੇ ਆਪ ਨੂੰ ਡਿਵਾਈਡ ਕਰਨ ਲੱਗਦਾ ਹੈ, ਇੱਕ ਸੈੱਲ ਤੋਂ ਜ਼ਿਆਦਾ ਸੈੱਲ ਬਣਾਉਣ ਲੱਗਦਾ ਹੈ, ਉਸ ਸਮੇਂ ਆਪਾਂ ਨੂੰ ਇਹ ਕ੍ਰੋਮੋਸੋਮ ਦਿਖਦੇ ਨੇ। ਉਸ ਤੋਂ ਇਲਾਵਾ ਇਹ ਨਿਊਕਲੀਅਸ ਦੇ ਅੰਦਰ ਹੀ ਰਹਿੰਦੇ ਨੇ, ਆਪਾਂ ਨੂੰ ਵਿਜ਼ੀਬਲ ਨਹੀਂ ਹੁੰਦੇ। ਦੈਨ ਕ੍ਰੋਮੋਸੋਮ ਦੇ ਅੰਦਰ ਡੀਐਨਏ ਤੇ ਪ੍ਰੋਟੀਨ, ਇਹ ਦੋ ਚੀਜ਼ਾਂ ਨੇ। ਅਨਦਰ ਇੰਪੋਰਟੈਂਟ ਕੁਐਸਚਨ ਤੁਸੀਂ ਦੇਖ ਰਹੇ ਹੋ ਕਿ ਐਗਜ਼ਾਮ ਦੇ ਲਈ ਆਲਮੋਸਟ ਹਰ ਇੱਕ ਲਾਈਨ ਨੂੰ ਛੱਡ ਕੇ ਇੱਕ ਇੰਪੋਰਟੈਂਟ ਐਮਸੀਕਿਊ ਤਿਆਰ ਹੋ ਰਿਹਾ ਹੈ। ਇਸੇ ਲਈ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਜਿਹੜਾ ਸੈੱਲ ਵਾਲਾ ਟੌਪਿਕ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਕੋਈ ਵੀ ਐਗਜ਼ਾਮ ਦੇਖ ਲਓ, ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਹੀ ਸੈੱਲ ਦੇ ਜਿਹੜੇ ਮੇਨ ਇੰਪੋਰਟੈਂਟ ਆਰਗੇਨਾਈਜ਼ ਨੇ ਇਹਨਾਂ ਚੋਂ ਹੀ ਕੁਐਸਚਨ ਦੇਖਣ ਨੂੰ ਮਿਲਦੇ ਆ। ਸੋ ਕ੍ਰੋਮੋਸੋਮ ਦੋ ਚੀਜ਼ਾਂ ਦਾ ਬਣਿਆ ਹੋਇਆ। ਹੁਣ ਤੁਸੀਂ ਸਮਝੋ ਇਹ ਸੈੱਲ ਹੈ, ਠੀਕ ਹੈ, ਬਾਹਰ ਹੋ ਗਈ ਇਹਦੀ ਮੈਂਬਰੇਨ ਜਾਂ ਫਿਰ ਸੈੱਲ ਵਾਲ, ਡਿਪੈਂਡ ਅਪੋਨ ਕਿ ਆਪਾਂ ਪਲਾਂਟ ਸੈੱਲ ਦੀ ਗੱਲ ਕਰ ਰਹੇ ਹਾਂ ਜਾਂ ਫਿਰ ਐਨੀਮਲ ਸੈੱਲ ਦੀ। ਇਹਦੇ ਅੰਦਰ ਆ ਗਿਆ ਨਿਊਕਲੀਅਸ। ਨਿਊਕਲੀਅਸ ਦੇ ਅੰਦਰ ਕੀ ਨੇ ਇਹ ਰੋਡ ਸ਼ੇਪਡ ਕ੍ਰੋਮੋਸੋਮ। ਕ੍ਰੋਮੋਸੋਮ ਬਣੇ ਹੋਏ ਨੇ ਡੀਐਨਏ ਪਲੱਸ ਪ੍ਰੋਟੀਨ ਦੇ। ਡੀਐਨਏ ਦੀ ਫੁੱਲ ਫਾਰਮ ਵੀ ਬਹੁਤ ਇੰਪੋਰਟੈਂਟ ਹੈ, ਡੀਆਕਸੀ ਰਾਈਬੋ ਨਿਊਕਲਿਕ ਐਸਿਡ। ਸੋ ਇਹਨਾਂ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਇਨਹੈਰੀਟੈਂਸ ਫੀਚਰ ਕਹਿੰਦੇ ਆ, ਮਤਲਬ ਜਿਹੜੇ ਪੇਰੈਂਟਸ ਤੋਂ ਦੂਜੀ ਜਨਰੇਸ਼ਨ ਦੇ ਵਿੱਚ
ਫੀਚਰਸ ਜਾਂਦੇ ਨੇ ਉਹ ਆਪਾਂ ਨੂੰ DNA ਮੋਲੀਕਿਊਲਸ ਤੋਂ ਮਿਲਦੇ ਨੇ। So DNA molecules also contain information essential for constructing and organizing cell. Functional segment of DNA are also called genes. So ਆਪਾਂ ਕਹਿੰਦੇ ਕਿ ਆਪਣੇ ਪੇਰੈਂਟਸ ਤੋਂ ਆਪਣੇ ਅੰਦਰ ਇਹ ਜੀਨਸ ਆ ਗਏ, ਉਹ DNA ਚੋਂ ਆਉਂਦੇ ਨੇ। ਜਿਹੜੇ ਫੀਚਰਸ ਆਪਾਂ ਆਪਣੇ ਪੇਰੈਂਟਸ ਤੋਂ ਇਨਹੈਰਿਟ ਕਰਦੇ ਹਾਂ, ਸੋ ਉਹਨਾਂ ਫੰਕਸ਼ਨਲ ਸੈਗਮੈਂਟਸ ਨੂੰ ਕਿਹਾ ਜਾਂਦਾ ਹੈ ਜੀਨਸ। Then DNA is present as the part of chromatin material. Chromatin material ਕਿਵੇਂ visible ਹੁੰਦਾ ਹੈ? Entangled mass of thread-like structure. ਸੋ ਇਸ ਤਰ੍ਹਾਂ ਦੇ ਨਾਲ ਧਾਗਿਆਂ ਦੀ ਫਾਰਮ ਦੇ ਵਿੱਚ ਆਪਸ ਦੇ ਵਿੱਚ ਉਲਝੇ ਹੋਏ ਸਟਰਕਚਰ ਹੁੰਦੇ ਨੇ ਜੋ DNA ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ ਤੇ ਇਹਨਾਂ ਨੂੰ ਨਾਮ ਦਿੱਤਾ ਗਿਆ ਹੈ chromatin material. ਸੋ ਤੁਸੀਂ ਇਹਨਾਂ ਨੂੰ ਫਿਗਰ ਬਣਾ ਕੇ ਜਦੋਂ ਇਹ ਟੌਪਿਕ ਤੁਸੀਂ ਆਪ ਕਰਨਾ ਹੈ, ਤੁਸੀਂ ਫਿਗਰ ਬਣਾ ਕੇ ਤਿਆਰ ਕਰੋ ਵੀ ਸਭ ਤੋਂ ਬਾਹਰ ਸੈੱਲ ਦੇ ਕੀ ਹੈ, ਅੰਦਰ ਕੀ ਹੈ। ਸੋ ਜੇ ਤੁਸੀਂ ਇਸ ਤਰ੍ਹਾਂ ਸਟੈਪ ਬਾय ਸਟੈਪ ਕਰੋਗੇ ਤਾਂ ਤੁਹਾਨੂੰ ਈਜ਼ੀਲੀ ਸਾਰੇ ਫੀਚਰ ਯਾਦ ਹੋ ਜਾਣਗੇ। ਸੋ ਨੈਕਸਟ ਇਜ਼ ਸਾਈਟੋਪਲਾਜ਼ਮ। ਸੈੱਲ ਦੇ ਅੰਦਰ ਸਾਈਟੋਪਲਾਜ਼ਮ ਹੁੰਦਾ ਹੈ ਜਿਹੜਾ ਸੈੱਲ ਮੈਂਬਰੇਨ ਦੇ ਅੰਦਰ ਪਾਇਆ ਜਾਂਦਾ ਹੈ। ਸੋ ਜਿਹੜਾ ਸਾਈਟੋਪਲਾਜ਼ਮ ਹੈ ਇਹਦੇ ਅੰਦਰ ਬਹੁਤ ਸਾਰੇ ਬਾਇਓ ਮੋਲੀਕਿਊਲਸ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੋਟੀਨਸ ਪਾਏ ਜਾਂਦੇ ਨੇ, ਨਿਊਕਲਿਕ ਐਸਿਡ ਪਾਏ ਜਾਂਦੇ ਨੇ। ਸਾਈਟੋਪਲਾਜ਼ਮ ਦੇ ਅੰਦਰ ਬਹੁਤ ਸਾਰੇ ਛੋਟੇ ਛੋਟੇ ਸਟਰਕਚਰ ਹੁੰਦੇ ਨੇ। ਜਿਹੜਾ ਇਹ ਪੂਰਾ ਬੇਸ ਹੈ ਇਹ ਸੈੱਲ ਮੈਂਬਰੇਨ ਹੋ ਗਿਆ, ਇਹਦਾ ਪੂਰੀਆ ਹੋ ਗਿਆ ਆਪਣੇ ਕੋਲ ਇੱਕ ਬੇਸ ਹੋ ਗਿਆ, ਪਲੇਟਫਾਰਮ ਤਿਆਰ ਹੋ ਗਿਆ ਸੈੱਲ ਦਾ, ਇੱਕ ਬਾਡੀ ਹੈ। ਇਸ ਬਾਡੀ ਦੇ ਅੰਦਰ ਜਿਹਨੂੰ ਸਾਈਟੋਪਲਾਜ਼ਮ ਨਾਮ ਦਿੱਤਾ ਗਿਆ ਹੈ, ਇਹਦੇ ਅੰਦਰ ਬਹੁਤ ਸਾਰੇ ਛੋਟੇ ਛੋਟੇ ਸਟਰਕਚਰ ਨੇ ਜਿਨ੍ਹਾਂ ਦਾ ਅਲੱਗ-ਅਲੱਗ ਫੰਕਸ਼ਨ ਹੈ ਸੈੱਲ ਦੇ ਅੰਦਰ। ਤੇ ਇਹ ਜਿਵੇਂ ਹਿਊਮਨ ਬੀਇੰਗ ਦੇ ਵਿੱਚ ਆਪਣੇ ਇਨਸਾਨਾਂ ਦੇ ਵਿੱਚ ਆਰਗਨਸ ਹੁੰਦੇ ਨੇ, ਹਰ ਆਰਗਨ ਦਾ ਆਪਣਾ ਅਲੱਗ ਕੰਮ ਹੈ, ਉਸੇ ਤਰ੍ਹਾਂ ਸੈੱਲ ਦੇ ਅੰਦਰ ਸੈੱਲ ਆਰਗੇਨੈਲਿਜ਼ ਹੁੰਦੀਆਂ ਨੇ ਤੇ ਇਹਨਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਸੋ ਇਹ ਕੁਝ ਇੰਪੋਰਟੈਂਟ ਸੈੱਲ ਆਰਗੇਨੈਲਿਜ਼ ਨੇ ਜਿਹੜੀ ਆਪਾਂ ਐਗਜ਼ਾਮ ਦੇ ਲਈ ਤਿਆਰ ਕਰਕੇ ਜਾਣੀਆਂ ਨੇ। So following are the major cell organelles that play major role in functioning of cell. So first on the ਵਿੱਚ nucleus, then ribosome, lysosome, plastid, endoplasmic reticulum, Golgi apparatus, mitochondria, vacuole. So now you can clearly see this cell organelles of animal cell. So animal cell ਦੀਆਂ ਅਲੱਗ-ਅਲੱਗ cell organelles ਨੇ। ਜਿਹੜੀ ਸਭ ਤੋਂ ਬਾਹਰ ਚੀਜ਼ ਹੈ ਉਹ ਹੈ ਪਲਾਜ਼ਮਾ ਮੈਂਬਰੇਨ ਜਾਂ ਜਿਹਨੂੰ ਆਪਾਂ ਸੈੱਲ ਮੈਂਬਰੇਨ ਵੀ ਕਹਿੰਦੇ ਆ। ਦੈਨ ਸੈਂਟਰੀਓਲ, ਲਾਈਸੋਸੋਮ, ਰਾਈਬੋਸੋਮ, ਮਾਈਟੋਕੌਂਡਰੀਆ, ਰਫ ਐਂਡੋਪਲਾਜ਼ਮਿਕ ਰੈਟੀਕੂਲਮ, ਇੱਕ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਹੁੰਦੇ ਨੇ। ਸੈਂਟਰ ਵਿੱਚ ਕੀ ਹੈ? ਨਿਊਕਲੀਅਰ ਐਨਵੈਲਪ, ਨਿਊਕਲੀਅਸ। ਦੈਨ ਇਹ ਜਿਹੜਾ ਬੇਸ ਹੈ ਪੂਰਾ ਇਹ ਸਟਰਕਚਰ ਪਲੇਟਫਾਰਮ ਹੈ ਇੱਕ, ਉਹਨੂੰ ਸਾਈਟੋਪਲਾਜ਼ਮ ਦਾ ਨਾਮ ਦਿੱਤਾ ਗਿਆ ਹੈ। ਦੈਨ ਥੀਜ਼ ਆਰ ਗੋਲਜੀ apparatus। ਸੋ ਇਹਨਾਂ ਦੇ ਅਲੱਗ-ਅਲੱਗ ਫੰਕਸ਼ਨਸ ਨੇ ਇੱਕ ਸੈੱਲ ਦੀ ਬਾਡੀ ਦੇ ਅੰਦਰ। ਸੋ ਆਪਣੀ ਪਹਿਲੀ ਇੰਪੋਰਟੈਂਟ ਸੈੱਲ ਆਰਗੇਨੈਲੀ ਹੈ ਐਂਡੋਪਲਾਜ਼ਮਿਕ ਰੈਟੀਕੂਲਮ, ਜਿਹਨੂੰ ਆਪਾਂ ਸਿੰਪਲੀ ER ਵੀ ਕਹਿ ਦਿੰਦੇ ਆ। ਬੇਸਿਕਲੀ ਇਹ ਟਿਊਬਸ ਤੇ ਸ਼ੀਟ ਦੀ ਫਾਰਮ ਦਾ ਇੱਕ ਬਹੁਤ ਹੀ ਵੱਡਾ ਲਾਰਜ ਨੈਟਵਰਕ ਹੁੰਦਾ ਹੈ। ਤੇ ਜੇ ਇਹਨੂੰ ਆਪਾਂ ਵਿਜ਼ੂਅਲੀ ਦੇਖੀਏ, ਦੇਖਣ ਨੂੰ ਵਿਜ਼ੂਅਲੀ ਇਹ ਦੋ ਤਰੀਕਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਇੱਕ ਨੇ ਰਫ ਐਂਡੋਪਲਾਜ਼ਮਿਕ ਰੈਟੀਕੂਲਮ, ਇੱਕ ਨੇ ਸਮੂਥ। ਸੋ ਦੋ ਤਰ੍ਹਾਂ ਦੇ ਐਂਡੋਪਲਾਜ਼ਮਿਕ ਰੈਟੀਕੂਲਮ ਪਾਏ ਜਾਂਦੇ ਨੇ ਬੇਸਡ ਔਨ ਵਿਜ਼ੂਅਲ ਸਟਰਕਚਰ। ਜਦੋਂ ਵੀ ਰਾਈਬੋਸੋਮ ਐਂਡੋਪਲਾਜ਼ਮਿਕ ਰੈਟੀਕੂਲਮ ਦੇ ਸਰਫੇਸ ਦੇ ਉੱਤੇ ਅਟੈਚ ਹੋ ਜਾਂਦਾ ਹੈ ਤਾਂ ਉਹਨੂੰ ਕਿਹਾ ਜਾਂਦਾ ਹੈ ਰਫ ਐਂਡੋਪਲਾਜ਼ਮਿਕ ਰੈਟੀਕੂਲਮ। ਤੇ ਬਿਨਾਂ ਰਾਈਬੋਸੋਮ ਤੋਂ ਜਿਹੜੇ ਐਂਡੋਪਲਾਜ਼ਮਿਕ ਰੈਟੀਕੂਲਮ ਨੇ ਉਹਨਾਂ ਦਾ ਨਾਮ ਹੈ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ। ਸੋ ਤੁਸੀਂ ਇਹ ਡਿਫਰੈਂਸ ਐਗਜ਼ਾਮ ਦੇ ਲਈ ਯਾਦ ਕਰਨਾ ਹੈ ਵੀ ਰਫ ਤੇ ਸਮੂਥ ਇਹ ਡਿਫਰੈਂਸੀਏਸ਼ਨ ਕਿਸ ਆਧਾਰ ਉੱਤੇ ਕੀਤੀ ਗਈ ਹੈ। ਸੋ ਦਿਸ ਇਜ਼ ਬੇਸਡ ਔਨ ਪ੍ਰੈਜ਼ੈਂਸ ਆਫ ਰਾਈਬੋਸੋਮ। ਦੈਨ ਜਿਹੜੇ ਸਮੂਥ ਐਂਡੋਪਲਾਜ਼ਮਿਕ ਰੈਟੀਕੂਲਮ ਨੇ ਇਹ ਹੈਲਪ ਕਰਦੇ ਨੇ ਜੋ ਵੀ ਫੈਟ ਮੋਲੀਕਿਊਲਰ ਲਿਪਿਡਸ ਨੇ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ। ਸੋ ਇਨ ਦ ਮੈਨੂਫੈਕਚਰਿੰਗ ਆਫ ਫੈਟ ਮੋਲੀਕਿਊਲ ਲਿਪਿਡ ਜਿਹੜੇ ਸੈੱਲ ਦੀ ਫੰਕਸ਼ਨਿੰਗ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ, ਬਹੁਤ ਹੈਲਪਫੁਲ ਨੇ। ਤੇ ਜਿਹੜੇ ਵੀ ਆਪਾਂ ਸੈੱਲ ਆਰਗੇਨੈਲਿਸ ਪੜਾਂਗੇ ਇਹਨਾਂ ਦੇ ਸਟਰਕਚਰ ਤੋਂ ਬਾਅਦ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ ਉਹ ਹੈ ਇਹਨਾਂ ਦੇ ਪਾਰਟਿਕੂਲਰ ਫੰਕਸ਼ਨ। ਸੈੱਲ ਦੇ ਅੰਦਰ ਇਹਨਾਂ ਦਾ ਅਲੱਗ ਤੋਂ ਕੰਮ ਕੀ ਹੈ ਜਾਂ ਫਿਰ ਇਹ ਕਿਸ ਚੀਜ਼ ਦੇ ਬਣੇ ਹੁੰਦੇ ਨੇ। ਇਹ ਦੋ ਤਿੰਨ ਜਿਹੜੇ ਫੈਕਟ ਨੇ ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਨੈਕਸਟ ਹੁੰਦਾ ਰਾਈਬੋਸੋਮ। ਰਾਈਬੋਸੋਮ ਜਿੰਨੇ ਵੀ ਐਕਟਿਵ ਸੈੱਲ ਨੇ ਆਲਮੋਸਟ ਹਰ ਵਿੱਚ ਪਾਏ ਜਾਂਦੇ ਨੇ ਤੇ ਇਹਨਾਂ ਨੂੰ ਪ੍ਰੋਟੀਨ ਮੈਨੂਫੈਕਚਰਿੰਗ ਦੀ ਸਾਈਟ ਕਿਹਾ ਜਾਂਦਾ ਹੈ। ਮਤਲਬ ਸੈੱਲ ਦੇ ਅੰਦਰ ਜਿਹੜਾ ਪ੍ਰੋਟੀਨ ਤਿਆਰ ਹੁੰਦਾ ਹੈ ਮੇਨਲੀ ਕਿੱਥੇ ਹੁੰਦਾ ਹੈ? ਰਾਈਬੋਸੋਮ।
ਤੇ ਐਂਡੋਪਲਾਜ਼ਮਿਕ ਰੈਟੀਕੂਲਮ ਦੇ ਵਿੱਚ ਆਪਾਂ ਨੇ ਕੀ ਪੜਿਆ ਸੀ, ਉੱਥੇ ਮੈਨੂਫੈਕਚਰਿੰਗ ਹੁੰਦੀ ਹੈ ਫੈਟ ਮੋਲੀਕਿਊਲ ਲਿਪਿਡਸ ਦੀ। ਸੋ ਤੁਸੀਂ ਯਾਦ ਰੱਖਣਾ ਹੈ ਐਂਡੋਪਲਾਜ਼ਮਿਕ ਰੈਟੀਕੂਲਮ, ਫੈਟ ਮੋਲੀਕਿਊਲ, ਰਾਈਬੋਸੋਮ, ਪ੍ਰੋਟੀਨ। ਨੈਕਸਟ ਹੈ ਗੋਲਜੀ ਐਪੈਰੇਟਸ। ਗੋਲਜੀ ਐਪੈਰੇਟਸ ਨੂੰ ਡਿਸਕਵਰ ਕੀਤਾ ਸੀ ਕੈਮਿਲੋ ਗੋਲਜੀ, ਜਿਨ੍ਹਾਂ ਦੇ ਨਾਮ ਦੇ ਉੱਤੇ ਇਸ ਸੈੱਲ ਆਰਗੇਨੈਲੀ ਦਾ ਨਾਮ ਰੱਖਿਆ ਗਿਆ। ਇਹਦੇ ਅੰਦਰ ਮੈਂਬਰੇਨ ਬਾਉਂਡ ਵੈਸਿਕਲਸ ਹੁੰਦੇ ਨੇ ਜਿਹੜੇ ਬਹੁਤ ਹੀ ਰਫਲੀ ਇੱਕ ਦੂਜੇ ਦੇ ਪੈਰਲਲ ਅਰੇਂਜ ਕੀਤੇ ਹੁੰਦੇ ਨੇ ਸਟੈਕਸ ਦੀ ਫਾਰਮ ਵਿੱਚ, ਤੇ ਇਹਨਾਂ ਸਟੈਕਸ ਨੂੰ ਨਾਮ ਦਿੱਤਾ ਗਿਆ ਹੈ ਸਿਸਟਰਨਸ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ ਟਰਮ ਸਿਸਟਰਨ, ਕਿਉਂਕਿ ਕਾਫੀ ਵਾਰੀ ਡਾਇਰੈਕਟਲੀ ਆ ਜਾਂਦਾ ਹੈ ਕਿ ਸੈੱਲ ਦੇ ਅੰਦਰ ਸਿਸਟਰਨਸ ਕੀ ਨੇ। ਸੋ ਉਹ ਨੇ ਜਿਹੜੇ ਰਫਲੀ ਪੈਰਲਲੀ ਅਰੇਂਜਡ ਗੋਲਜੀ ਅਪੈਰੇਟਸ ਦੇ ਵੈਸਿਕਲਸ ਨੇ, ਜਿਹੜੇ ਇੱਕ ਦੂਜੇ ਦੇ ਨਾਲ ਪੈਰਲਲ ਸਟੈਕਸ ਦੀ ਫਾਰਮ ਵਿੱਚ ਪਾਏ ਜਾਂਦੇ ਨੇ। ਗੋਲਜੀ ਅਪੈਰੇਟਸ ਦਾ ਮੇਨ ਫੰਕਸ਼ਨ ਕੀ ਹੈ? ਸੋ ਜਿੰਨੇ ਵੀ ਵੈਸਿਕਲਸ ਦੇ ਅੰਦਰ ਕੋਈ ਵੀ ਪ੍ਰੋਡਕਟਸ ਨੂੰ ਸਟੋਰ ਕਰਕੇ ਰੱਖਣਾ ਹੈ, ਉਹਨਾਂ ਦੀ ਪੈਕੇਜਿੰਗ ਕਰਨੀ ਹੈ, ਮੋਡੀਫਾਈ ਕਰਨਾ ਹੈ, ਹਰ ਕੰਮ ਹੁੰਦਾ ਹੈ ਗੋਲਜੀ ਅਪੈਰੇਟਸ ਦੇ ਅੰਦਰ। ਨਾਲ ਹੀ ਲਾਈਸੋਸੋਮ ਬਣਾਉਣ ਦੇ ਵਿੱਚ ਵੀ, ਉਹਨਾਂ ਦੀ ਫਾਰਮੇਸ਼ਨ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਹੈਲਪਫੁਲ ਨੇ ਗੋਲਜੀ ਅਪੈਰੇਟਸ। ਸੋ ਇਹ ਦੋ ਇੰਪੋਰਟੈਂਟ ਫੰਕਸ਼ਨ ਤੁਸੀਂ ਯਾਦ ਰੱਖਣੇ ਆ। ਹੁਣ ਗੱਲ ਆ ਜਾਂਦੀ ਹੈ ਲਾਈਸੋਸੋਮ ਦੀ। ਲਾਈਸੋਸੋਮ ਜੋ ਵੀ ਸੈੱਲ ਦਾ ਵੇਸਟ ਡਿਸਪੋਜ਼ਲ ਸਿਸਟਮ ਹੈ, ਇੱਕ ਤਰ੍ਹਾਂ ਦੇ ਨਾਲ ਉਹ ਸਿਸਟਮ ਹੈ ਲਾਈਸੋਸੋਮ। ਲਾਈਸੋਸੋਮ ਮਦਦ ਕਰਦੇ ਨੇ ਸੈੱਲ ਨੂੰ ਸਾਫ਼ ਰੱਖਣ ਦੇ ਲਈ। ਜੋ ਵੀ ਫੋਰਨ ਮਟੀਰੀਅਲ ਹੈ ਉਹਨੂੰ ਪਚਾਉਣ ਦੇ ਲਈ, ਉਹਨੂੰ ਬਾਹਰ ਕੱਢਣ ਦੇ ਲਈ ਕੌਣ ਹੈਲਪ ਕਰਦਾ ਹੈ? ਲਾਈਸੋਸੋਮ। ਇਸੇ ਲਈ ਇਹਨੂੰ ਕਿਹਾ ਜਾਂਦਾ ਹੈ ਵੇਸਟ ਡਿਸਪੋਜ਼ਲ ਸਿਸਟਮ। ਸੋ ਨੈਕਸਟ ਇਜ਼ ਮਾਈਟੋਕੌਂਡਰੀਆ। ਜੋ ਵੀ ਪੀਪੀਐਸਸੀ ਦੇ ਐਗਜ਼ਾਮ ਨੇ, ਐਗਜ਼ਾਮੀਨਰਸ ਦਾ ਵਨ ਆਫ ਦਾ ਫੇਵਰੇਟ ਕੁਐਸਚਨ ਹੈ। ਤੁਸੀਂ ਆਲਮੋਸਟ ਹਰ ਪ੍ਰੀਵੀਅਸ ਈਅਰ ਪੇਪਰ ਚੱਕ ਕੇ ਦੇਖ ਲਓ, ਉੱਥੇ ਕੁਐਸਚਨ ਹੁੰਦਾ ਹੈ ਪਾਵਰ ਹਾਊਸ ਆਫ ਦਾ ਸੈੱਲ ਕੀ ਹੈ? ਸੋ ਪਾਵਰ ਹਾਊਸ ਆਫ ਦਾ ਸੈੱਲ ਕਿਹਾ ਜਾਂਦਾ ਹੈ ਮਾਈਟੋਕੌਂਡਰੀਆ ਨੂੰ, ਕਿਉਂਕਿ ਮਾਈਟੋਕੌਂਡਰੀਆ ਸੈੱਲ ਨੂੰ ਜਿਹੜੀ ਮੇਨ એનર્ਜੀ ਦੀ ਲੋੜ ਹੈ, ਤਾਕਤ ਦੀ ਲੋੜ ਹੈ, ਕੋਈ ਵੀ ਕੈਮੀਕਲ ਐਕਟੀਵਿਟੀ ਪਰਫਾਰਮ ਕਰਨ ਦੇ ਲਈ, ਜ਼ਿੰਦਾ ਰਹਿਣ ਦੇ ਲਈ, ਹਰ ਤਰ੍ਹਾਂ ਦੀ એનર્ਜੀ ਦਿੰਦਾ ਹੈ ਮਾਈਟੋਕੌਂਡਰੀਆ ਸੈੱਲ ਨੂੰ। ਤੇ એનર્ਜੀ ਦੀ ਫਾਰਮ ਕਿਸ ਫਾਰਮ ਦੇ ਵਿੱਚ ਦਿੰਦਾ ਹੈ? ਇਹ ਜਿਹੜੀ ਫਾਰਮ ਦਾ ਨਾਮ, ਉਹਦੀ ਫੁੱਲ ਫਾਰਮ ਐਗਜ਼ਾਮ ਦੇ ਲਈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਨ ਦ ਫਾਰਮ ਆਫ ATP ਮੋਲੀਕਿਊਲ, ਐਡੀਨੋਸਾਈਨ ਟ੍ਰਾਈਫਾਸਫੇਟ। ATP ਨੂੰ એનર્ਜੀ ਕਰੰਸੀ ਕਿਹਾ ਜਾਂਦਾ ਸੈੱਲ ਦਾ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ ਵੀ ਜਿਹੜਾ ਮਾਈਟੋਕੌਂਡਰੀਆ ਉਹਦਾ ਆਪਣਾ ਅਲੱਗ ਤੋਂ DNA ਤੇ ਰਾਈਬੋਸੋਮ ਹੁੰਦਾ ਹੈ, ਤੇ ਨਾਲ ਹੀ ਉਹ ਕੇਪੇਬਲ ਹੈ ਕਿ ਉਹ ਪ੍ਰੋਟੀਨਸ ਨੂੰ ਵੀ ਤਿਆਰ ਕਰ ਸਕੇ। ਸੋ ਇਹ ਦੋ ਤਿੰਨ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣੇ ਹੈ related to mitochondria. This is very important cell organelle. Next is plastid. Plastid ਸਿਰਫ ਔਰ ਸਿਰਫ ਪਲਾਂਟ ਸੈੱਲ ਚ ਪਾਏ ਜਾਂਦੇ ਨੇ, ਤੇ ਇਹਨਾਂ ਨੂੰ ਦੋ ਇੰਪੋਰਟੈਂਟ ਚੀਜ਼ਾਂ ਦੇ ਵਿੱਚ ਆਪਾਂ ਨੇ ਡਿਵਾਈਡ ਕੀਤਾ ਹੈ, ਕੈਟੇਗਰਾਈਜ਼ ਕੀਤਾ ਹੈ, ਕ੍ਰੋਮੋਪਲਾਸਟ, ਲਿਊਕੋਪਲਾਸਟ। ਜਿਹੜੇ ਕ੍ਰੋਮੋਪਲਾਸਟ ਨੇ ਉਹ ਕਲਰਡ ਪਲਾਸਟਿਡ ਨੇ, ਜਿਹੜੇ ਅਲੱਗ-ਅਲੱਗ ਤਰ੍ਹਾਂ ਦਾ ਕਲਰ ਪ੍ਰੋਵਾਈਡ ਕਰਦੇ ਨੇ, ਤੇ ਲਿਊਕੋਪਲਾਸਟ ਨੇ ਕਲਰਲੈਸ ਜਾਂ ਫਿਰ ਵਾਈਟ ਕਲਰ ਦੇ। ਪਲਾਸਟਿਡਸ ਦੇ ਅੰਦਰ ਇੱਕ ਕਲੋਰੋਫਿਲ ਪਿਗਮੈਂਟ ਵੀ ਪਾਇਆ ਜਾਂਦਾ ਹੈ, ਜਿਹਨੂੰ ਨਾਮ ਦਿੱਤਾ ਗਿਆ ਕਲੋਰੋਪਲਾਸਟ ਦਾ। ਸੋ ਇਹਦੇ ਬਾਰੇ ਵੀ ਬਾਰ-ਬਾਰ ਐਗਜ਼ਾਮ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ। ਤੇ ਜਦੋਂ ਵੀ ਫੋਟੋਸਿੰਥੈਸਿਸ ਦਾ ਜਿਹੜਾ ਪ੍ਰੋਸੈਸ ਹੈ ਪਲਾਂਟਸ ਦਾ ਉਹ ਹੁੰਦਾ ਹੈ, ਤਾਂ ਉਹਦੇ ਵਿੱਚ ਕਲੋਰੋਪਲਾਸਟ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਤੇ ਜਿਹੜਾ ਕਲੋਰੋਪਲਾਸਟ ਹੈ ਉਹਦੇ ਵਿੱਚ ਹੋਰ ਕਾਫੀ ਤਰ੍ਹਾਂ ਦੇ ਕਲਰ ਪਾਏ ਜਾਂਦੇ ਨੇ, ਜਿਵੇਂ ਯੈਲੋ ਹੋ ਗਿਆ, ਔਰੇਂਜ ਪਿਗਮੈਂਟ ਹੋ ਗਿਆ। ਸੋ ਇਹ ਕੁਝ ਇੰਪੋਰਟੈਂਟ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਤੇ ਉਰੇ ਜੇ ਆਪਾਂ ਕਲਰ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਕਲੋਰੋਪਲਾਸਟ ਨਾਲ ਰਿਲੇਟਡ ਹੈ ਗ੍ਰੀਨ ਕਲਰ, ਕ੍ਰੋਮੋਪਲਾਸਟ ਬਹੁਤ ਸਾਰੇ ਕਲਰਡ ਪਲਾਸਟਿਡ ਨੇ, ਲਿਊਕੋਪਲਾਸਟ ਵਾਈਟ ਜਾਂ ਫਿਰ ਕਲਰਲੈਸ, ਤੇ ਕਲੋਰੋਪਲਾਸਟ ਗ੍ਰੀਨ ਤੋਂ ਇਲਾਵਾ ਹੋਰ ਕਿਹੜੇ ਕਲਰ ਦਿੰਦੇ ਨੇ? ਯੈਲੋ ਤੇ ਔਰੇਂਜ ਪਿਗਮੈਂਟ। ਤੇ ਜਿਹੜੇ ਲਿਊਕੋਪਲਾਸਟ ਨੇ ਉਹ ਆਰਗੇਨੈਲੀਜ਼ ਨੇ ਜਿਨ੍ਹਾਂ ਦੇ ਅੰਦਰ ਬਹੁਤ ਸਾਰੇ ਇੰਪੋਰਟੈਂਟ ਮਟੀਰੀਅਲ ਪਾਏ ਜਾਂਦੇ ਨੇ, ਉੱਥੇ ਸਟੋਰ ਹੁੰਦੇ ਨੇ, ਜਿਵੇਂ ਸਟਾਰਚ ਹੋ ਗਿਆ, ਕੋਈ ਆਇਲ ਹੋ ਗਏ, ਪ੍ਰੋਟੀਨ ਗ੍ਰੈਨੂਅਲ, ਇਹ ਸਾਰੇ ਇੰਪੋਰਟੈਂਟ ਮਟੀਰੀਅਲ ਉੱਥੇ ਸਟੋਰ ਕੀਤੇ ਜਾਂਦੇ ਨੇ। ਤੇ ਜਿਹੜੇ ਪਲਾਸਟਿਡ ਨੇ ਉਹ ਆਲਮੋਸਟ ਮਾਈਟੋਕੌਂਡਰੀਆ ਦੀ ਤਰ੍ਹਾਂ ਹੀ ਦੇਖਣ ਨੂੰ ਲੱਗਦੇ ਨੇ। ਐਕਸਟਰਨਲ ਜੇ ਆਪਾਂ ਸਟਰਕਚਰ ਦੀ ਗੱਲ ਕਰੀਏ ਤੇ ਮਾਈਟੋਕੌਂਡਰੀਆ ਦੀ ਤਰ੍ਹਾਂ ਹੀ ਜਿਹੜੇ ਪਲਾਸਟਿਡ ਨੇ ਉਹਨਾਂ ਦੇ ਵਿੱਚ ਵੀ ਆਪਣਾ DNA ਤੇ ਆਪਣਾ ਰਾਈਬੋਸੋਮ ਹੁੰਦਾ ਹੈ। ਤੇ ਜੇ ਤੁਸੀਂ ਪਲਾਂਟ ਸੈੱਲ ਦੀ ਇੰਪੋਰਟੈਂਟ ਸੈੱਲ ਆਰਗੇਨੈਲਿਜ਼ ਨੂੰ ਹੋਰ ਧਿਆਨ ਦੇ ਨਾਲ ਦੇਖਣਾ ਹੈ ਤਾਂ ਤੁਸੀਂ ਇਹ ਫਿਗਰ ਦੇਖ ਸਕਦੇ ਹੋ। ਤੇ ਉਸ ਤੋਂ ਬਾਅਦ ਗੱਲ ਹੁੰਦੀ ਹੈ ਵੈਕਿਊਲਸ ਦੀ।
ਵੈਕਿਊਲ ਉਹ ਸਟੋਰੇਜ ਸੈਕ ਨੇ ਜਿਨ੍ਹਾਂ ਦੇ ਅੰਦਰ ਸੋਲਿਡ ਜਾਂ ਫਿਰ ਲਿਕੁਇਡ ਮਟੀਰੀਅਲ ਪਾਇਆ ਜਾਂਦਾ ਹੈ ਇੱਕ ਸੈੱਲ ਦਾ। ਤੇ ਜੇ ਐਨੀਮਲ ਸੈੱਲ ਦੀ ਗੱਲ ਕਰਦੇ ਹਾਂ ਤਾਂ ਐਨੀਮਲ ਸੈੱਲ ਵਿੱਚ ਵੈਕਿਊਲ ਬਹੁਤ ਛੋਟੇ ਸਾਈਜ਼ ਦੇ ਹੁੰਦੇ ਨੇ, ਪਰ ਪਲਾਂਟ ਸੈੱਲ ਦੇ ਅੰਦਰ ਵੱਡੇ ਸਾਈਜ਼ ਦੇ ਹੁੰਦੇ ਨੇ। ਤੇ ਜਿਹੜੇ ਪਲਾਂਟ ਸੈੱਲ ਦੇ ਵੈਕਿਊਲਸ ਨੇ ਉਹ ਸੈੱਲ ਸੈਪ ਦੇ ਨਾਲ ਪੂਰੀ ਤਰ੍ਹਾਂ ਭਰੇ ਹੁੰਦੇ ਨੇ, ਤੇ ਇਹੀ ਚੀਜ਼ ਹੈ ਜਿਹੜੀ ਸੈੱਲ ਨੂੰ ਇੱਕ ਰਿਜਿਡਿਟੀ ਦਿੰਦੀ ਹੈ, ਟਰਜਿਟੀ ਦਿੰਦੀ ਹੈ। ਮਤਲਬ ਕਿ ਜਿਹੜਾ ਪਲਾਂਟ ਸੈੱਲ ਹੈ ਉਹ ਐਨੀਮਲ ਸੈੱਲ ਦੀ ਤਰ੍ਹਾਂ ਇਰੈਗੂਲਰ ਫਾਰਮ ਦੇ ਨਹੀਂ ਹੁੰਦੇ, ਉਹ ਥੋੜੇ ਜਿਹੇ ਫਲੈਕਸੀਬਲ ਨਹੀਂ ਹੁੰਦੇ, ਰਿਜਿਡ ਹੁੰਦੇ ਨੇ। So plant cell vacuoles are filled with cell sap and provide turgidity and rigidity to the cell. So ਇਹ ਤੁਸੀਂ plant cell ਤੇ animal cell ਦੇਖ ਸਕਦੇ ਹੋ। ਜਿਹੜੀ ਬਾਹਰ ਆਊਟਰ ਕਵਰਿੰਗ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਗ੍ਹਾ ਛੱਡੀ ਹੋਈ ਹੈ ਮੋਲੀਕਿਊਲਸ ਦੀ ਐਂਟਰੀ ਦੇ ਲਈ। ਜਿਹੜੀ ਇਹ ਹਾਰਡ ਕੋਟਿੰਗ ਸਬਸਟੈਂਸ ਹੈ ਇਹ ਜਿਹਨੇ ਇੱਕ ਪਰਫੈਕਟ ਸ਼ੇਪ ਦਿੱਤੀ ਹੋਈ ਹੈ ਪਲਾਂਟ ਸੈੱਲ ਨੂੰ, ਇਹਦਾ ਨਾਮ ਹੈ ਸੈੱਲ ਵਾਲ। ਸੈੱਲ ਵਾਲ ਦੇ ਅੰਦਰ ਵਾਲੀ ਲੇਅਰ ਜਿਹੜੀ ਥੋੜੀ ਲੂਜ਼ਲੀ ਸਟਰਕਚਰਡ ਲੇਅਰ ਹੈ ਇਹਦਾ ਨਾਮ ਹੈ ਸੈੱਲ ਮੈਂਬਰੇਨ। ਦੈਨ ਕਲੋਰੋਪਲਾਸਟ ਜੋ ਸਿਰਫ ਪਲਾਂਟ ਸੈੱਲ 'ਚ ਹੁੰਦੇ ਨੇ ਤੇ ਇਹ ਪਲਾਂਟ ਨੂੰ ਕਲਰ ਦਿੰਦੇ ਨੇ, ਲੀਵਸ ਨੂੰ ਕਲਰ ਦਿੰਦੇ ਨੇ। ਦੈਨ ਤੁਸੀਂ ਉਹ ਦੇਖ ਸਕਦੇ ਹੋ ਕਿ ਸੈੱਲ ਮੈਂਬਰੇਨ ਹੈ ਜਿਹੜਾ ਇੱਕ ਕਾਮਨ ਹੈ, ਇਹ ਐਨੀਮਲ ਸੈੱਲ 'ਚ ਵੀ ਹੈ, ਪਲਾਂਟ ਸੈੱਲ 'ਚ ਵੀ ਹੈ। ਵੈਕਿਊਲ ਦੋਨਾਂ ਵਿੱਚ ਨੇ, ਕਾਮਨ ਹੈ। ਨਿਊਕਲੀਅਸ ਦੋਨਾਂ ਵਿੱਚ ਹੈ, ਸਾਈਟੋਪਲਾਜ਼ਮ ਦੋਨਾਂ ਵਿੱਚ ਹੈ। ਸੋ ਹੁਣ ਆਪਾਂ ਉਹ ਚੀਜ਼ਾਂ ਦੇਖਦੇ ਹਾਂ ਵੀ ਜਿਹੜੀਆਂ ਦੋਨਾਂ ਦੇ ਵਿੱਚ ਸਿਮਿਲਰ ਨੇ ਤੇ ਦੋਨਾਂ ਦੇ ਵਿੱਚ ਅਲੱਗ-ਅਲੱਗ ਨੇ। ਸੋ ਇੱਕ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰਦੇ ਹਾਂ ਪਲਾਂਟ ਸੈੱਲ ਤੇ ਐਨੀਮਲ ਸੈੱਲ ਦੇ ਨਾਲ, ਤੇ ਇਸ ਕੰਪੈਰੀਜ਼ਨ ਦੇ ਨਾਲ ਇੱਕ ਤਾਂ ਤੁਹਾਡੀ ਪੂਰੀ ਰਿਵੀਜ਼ਨ ਹੋ ਜਾਊਗੀ, ਤੁਹਾਨੂੰ ਇਸ ਪੂਰੇ ਚੈਪਟਰ ਦੀ ਸਮਰੀ ਤਿਆਰ ਹੋ ਜਾਊਗੀ, ਨਾਲ ਹੀ ਕੁਝ ਇੱਕ ਦੋ ਜਿਹੜੇ ਇੰਪੋਰਟੈਂਟ ਡਿਫਰੈਂਸ ਦੇ ਪੁਆਇੰਟ ਨੇ ਉਹ ਵੀ ਤੁਹਾਡੇ ਦਿਮਾਗ ਵਿੱਚ ਈਜ਼ੀਲੀ ਰਿਟੇਨ ਹੋ ਜਾਣਗੇ ਇਸ ਪੂਰੇ ਟੇਬਲ ਦੀ ਫਾਰਮ ਵਿੱਚ। ਸੋ ਪਹਿਲਾਂ ਆਪਾਂ ਗੱਲ ਕਰਾਂਗੇ ਸੈੱਲ ਦੀ ਸ਼ੇਪ ਦੀ। ਪਲਾਂਟ ਸੈੱਲ ਆਪਾਂ ਨੂੰ ਪਤਾ ਹੈ ਇਹਦੇ ਵਿੱਚ ਸੈੱਲ ਵਾਲ ਹੈ ਜਿਹੜੀ ਉਹਨੂੰ ਇੱਕ ਪਰਫੈਕਟ ਸ਼ੇਪ ਦਿੰਦੀ ਹੈ। ਸੋ ਪਲਾਂਟ ਸੈੱਲ ਸਕੁਆਇਰ ਜਾਂ ਫਿਰ ਰੈਕਟੈਂਗੂਲਰ ਸ਼ੇਪ ਦੇ ਹੁੰਦੇ ਆ। ਜਿਹੜੇ ਐਨੀਮਲ ਸੈੱਲ ਹੈ ਉਹ ਲੂਜ਼ਲੀ ਸਟਰਕਚਰਡ, ਉਹਨਾਂ ਦਾ ਆਊਟਰ ਕਵਰਿੰਗ ਕੀ ਹੈ, ਸੈੱਲ ਮੈਂਬਰੇਨ ਹੈ, ਕੋਈ ਹਾਰਡ ਆਪਸ ਬਾਹਰ ਉਹਨਾਂ ਦੀ ਕੋਟਿੰਗ ਨਹੀਂ ਹੈ। ਇਹੀ ਕਾਰਨ ਹੈ ਕਿ ਐਨੀਮਲ ਸੈੱਲ ਦੀ ਸ਼ੇਪ ਥੋੜੀ ਜਿਹੀ ਇਰੈਗੂਲਰ ਹੁੰਦੀ ਹੈ, ਰਾਉਂਡ ਹੁੰਦੀ ਹੈ, ਗੋਲ ਹੁੰਦੀ ਹੈ। ਦੈਨ ਸੈੱਲ ਵਾਲ ਪਲਾਂਟ ਸੈੱਲ ਦੇ ਵਿੱਚ ਪ੍ਰੈਜ਼ੈਂਟ ਹੈ, ਐਨੀਮਲ ਦੇ ਵਿੱਚ ਐਬਸੈਂਟ ਹੈ। ਪਲਾਜ਼ਮਾ, ਸੈੱਲ ਮੈਂਬਰੇਨ ਦੋਨਾਂ ਵਿੱਚ ਪ੍ਰੈਜ਼ੈਂਟ ਹੈ, ਐਂਡੋਪਲਾਜ਼ਮਿਕ ਰੈਟੀਕੂਲਮ ਦੋਨਾਂ ਵਿੱਚ ਪ੍ਰੈਜ਼ੈਂਟ ਹੈ, ਨਿਊਕਲੀਅਸ ਦੋਨਾਂ ਵਿੱਚ ਪ੍ਰੈਜ਼ੈਂਟ ਹੈ। ਪਰ ਉਰੇ ਤੁਸੀਂ ਡਿਫਰੈਂਸ ਉੱਪਰ ਧਿਆਨ ਦੇਣਾ ਹੈ। ਪਲਾਂਟ ਸੈੱਲ ਦਾ ਜਿਹੜਾ ਨਿਊਕਲੀਅਸ ਹੈ ਉਹ ਸੈੱਲ ਦੀ ਇੱਕ ਸਾਈਡ ਉੱਤੇ ਹੁੰਦਾ ਹੈ, ਪਰ ਜਿਹੜਾ ਐਨੀਮਲ ਸੈੱਲ ਦਾ ਨਿਊਕਲੀਅਸ ਹੈ ਉਹ ਬਿਲਕੁਲ ਸੈੱਲ ਦੇ ਵਿਚਕਾਰ ਮਿਲਦਾ ਹੈ, ਸੈਂਟਰ ਵਿੱਚ ਮਿਲਦਾ ਹੈ। ਦੈਨ ਲਾਈਜ਼ੋਜ਼ੋਮ ਦੋਨਾਂ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਪਰ ਪਲਾਂਟ ਸੈੱਲ ਵਿੱਚ ਥੋੜੇ ਘੱਟ ਹੁੰਦੇ ਨੇ, ਬਹੁਤ ਰੇਅਰਲੀ ਪਾਏ ਜਾਂਦੇ ਨੇ। ਦੈਨ ਸੈਂਟਰੋਜ਼ੋਮ ਪਲਾਂਟ ਸੈੱਲ ਦੇ ਵਿੱਚ ਐਬਸੈਂਟ, ਐਨੀਮਲ ਸੈੱਲ ਦੇ ਵਿੱਚ ਪ੍ਰੈਜ਼ੈਂਟ। ਉਸ ਤੋਂ ਬਾਅਦ ਗੋਲਜੀ ਐਪੈਰੇਟਸ ਹੋ ਗਿਆ, ਸਾਈਟੋਪਲਾਜ਼ਮ, ਰਾਈਬੋਜ਼ੋਮ, ਇਹ ਤਿੰਨੋਂ ਚੀਜ਼ਾਂ ਦੋਨੋਂ ਸੈੱਲ ਦੇ ਵਿੱਚ ਪ੍ਰੈਜ਼ੈਂਟ ਨੇ। ਦੈਨ ਪਲਾਸਟਿਡ ਇਹ ਆਪਾਂ ਨੂੰ ਪਲਾਂਟ ਸੈੱਲ 'ਚ ਮਿਲਦੇ ਨੇ, ਐਨੀਮਲ ਸੈੱਲ ਵਿੱਚ ਨਹੀਂ ਮਿਲਦੇ। ਦੈਨ ਵੈਕਿਊਲ ਨੂੰ ਲੈ ਕੇ ਕਾਫੀ ਵਾਰੀ ਕੁਐਸਚਨ ਆਉਂਦਾ ਵੀ ਕਿਸ ਤਰ੍ਹਾਂ ਦਾ ਵੈਕਿਊਲ ਹੈ ਜਾਂ ਫਿਰ ਲਾਰਜ ਵੈਕਿਊਲ ਕਿਹੜੇ ਸੈੱਲ 'ਚ ਪਾਇਆ ਜਾਂਦਾ ਹੈ। ਸੋ ਪਲਾਂਟ ਸੈੱਲ ਦਾ ਜਿਹੜਾ ਵੈਕਿਊਲ ਹੈ ਇੱਕ ਤਾਂ ਉਹ ਬਿਲਕੁਲ ਸੈਂਟਰ ਵਿੱਚ ਹੁੰਦਾ, ਦੂਜਾ ਉਹ ਸਿੰਗਲ ਤੇ ਬਹੁਤ ਵੱਡਾ ਹੁੰਦਾ ਹੈ। ਸੋ ਫਿਊ ਲਾਰਜ ਔਰ ਅ ਸਿੰਗਲ, ਜਾਂ ਤਾਂ ਵੱਡੇ ਵੱਡੇ ਹੋਣਗੇ ਇੱਕ ਦੋ, ਜਾਂ ਇੱਕ ਹੀ ਹੋਊਗਾ ਤੇ ਸਿੰਗਲ ਹੋ ਵੱਡਾ ਹੋਊਗਾ। ਸੋ ਇਹ ਹੁੰਦਾ ਪਲਾਂਟ ਸੈੱਲ 'ਚ। ਪਰ ਜਿਹੜਾ ਐਨੀਮਲ ਸੈੱਲ ਦਾ ਵੈਕਿਊਲ ਹੈ ਉਹ ਬਹੁਤ ਛੋਟੇ ਛੋਟੇ ਹੁੰਦੇ ਨੇ ਤੇ ਕਾਫੀ ਸਾਰੇ ਹੁੰਦੇ ਨੇ, ਯੂਜੂਅਲੀ ਸਮਾਲ ਐਂਡ ਨਿਊਮੈਰੀਅਸ। ਦੈਨ ਸੀਲੀਆ ਪਲਾਂਟ ਸੈੱਲ 'ਚ ਐਬਸੈਂਟ, ਐਨੀਮਲ ਸੈੱਲ ਦੇ ਵਿੱਚ ਮੋਸਟਲੀ ਪ੍ਰੈਜ਼ੈਂਟ ਹੁੰਦੇ ਨੇ। ਦੈਨ ਮਾਈਟੋਕੌਂਡਰੀਆ ਦੋਨਾਂ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਪਲਾਂਟ ਸੈੱਲ ਦੇ ਵਿੱਚ ਘੱਟ ਨੰਬਰਸ, ਐਨੀਮਲ ਦੇ ਵਿੱਚ ਜ਼ਿਆਦਾ। So now let's talk about today's current issue related to science and technology. So ਪਹਿਲਾ ਹੈ what are technical textile? So ਕਾਫੀ ਸਮੇਂ ਤੋਂ ਨਿਊਜ਼ ਦੇ ਵਿੱਚ ਚੱਲ ਰਿਹਾ ਸੀ technical textile term। So technical textile word ਹੈ ਜਿਹੜਾ ਇਹ ਆਪਾਂ ਬਹੁਤ ਵਾਰੀ ਸੁਣਦੇ ਹਾਂ, ਸਪੈਸ਼ਲੀ ਸਮਾਲ ਸਕੇਲ ਇੰਡਸਟਰੀ ਨਾਲ ਰਿਲੇਟਡ। ਮੋਸਟਲੀ ਜਿਹੜਾ ਵੀ ਟੈਕਸਟਾਈਲ ਇਸ ਟਾਈਪ ਦਾ ਸਮਾਨ ਹੁੰਦਾ ਹੈ ਉਹਨੂੰ ਆਪਾਂ ਡੈਕੋਰੇਸ਼ਨ ਦੇ ਲਈ ਵਰਤਦੇ ਹਾਂ, ਉਹ ਥੋੜਾ ਗਰਾਊਂਡ ਲੈਵਲ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਪਰ ਹੁਣ ਭਾਰਤ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਟੈਕਨੀਕਲ ਟੈਕਸਟਾਈਲ ਉੱਤੇ ਕਾਫੀ ਫੋਕਸ ਦਿੱਤਾ ਹੈ।
ਸੋ ਇੰਡੀਆ ਦੀ ਜਿਹੜੀ ਇਕਨੋਮਿਕ ਅਫੇਅਰਸ ਦੀ ਕਮੇਟੀ ਹੈ ਉਹਨੇ 2020 ਦੇ ਵਿੱਚ ਇੱਕ ਮਿਸ਼ਨ ਅਪਰੂਵ ਕੀਤਾ ਸੀ ਜਿਹਨੂੰ ਟੋਟਲ ਪੈਸਾ ਦਿੱਤਾ ਸੀ 1480 ਕਰੋੜ ਦਾ ਤੇ ਉਹਨਾਂ ਨੇ ਕਿਹਾ ਸੀ ਕੈਬਨਿਟ ਕਮੇਟੀ ਔਨ ਇਕਨੋਮਿਕ ਅਫੇਅਰ ਨੇ ਕਿ ਇੱਕ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਸੈਟਅਪ ਕੀਤਾ ਜਾਵੇ। ਇਸ ਮਿਸ਼ਨ ਦੇ ਵਿੱਚ ਕੀ ਹੋਊਗਾ, ਜਿਹੜੀ ਆਪਣੀ ਕੰਟਰੀ ਹੈ ਇੰਡੀਆ ਹੈ ਇਹਨੂੰ ਟੈਕਨੀਕਲ ਟੈਕਸਟਾਈਲ ਦੇ ਵਿੱਚ ਇੱਕ ਗਲੋਬਲ ਲੀਡਰ ਦੇ ਤੌਰ ਤੇ ਪੇਸ਼ ਕੀਤਾ ਜਾਵੇ ਤੇ ਜੋ ਵੀ ਆਪਣੀ ਇੰਡੀਆ ਦੀ ਡੋਮੈਸਟਿਕ ਮਾਰਕੀਟ ਦੇ ਵਿੱਚ ਟੈਕਨੀਕਲ ਟੈਕਸਟਾਈਲ ਦਾ ਸਮਾਨ ਹੈ ਤਿਆਰ ਹੋਊਗਾ ਉਹਨੂੰ ਆਪਾਂ ਵਰਲਡ ਲੈਵਲ ਤੇ ਪਹੁੰਚਾਈਏ। ਸੋ ਮੋਸਟਲੀ ਪਹਿਲਾਂ ਕੀ ਹੁੰਦਾ ਹੈ, ਜੋ ਵੀ ਸਮਾਲ ਸਕੇਲ ਇੰਡਸਟਰੀਜ਼ ਜੋ ਟੈਕਸਟਾਈਲ ਮਟੀਰੀਅਲ ਤਿਆਰ ਹੁੰਦਾ ਹੈ ਉਹਨੂੰ ਸਿਰਫ ਐਸਥੈਟਿਕ ਤੇ ਡੈਕੋਰੇਟਿਵ ਪਰਪਸ ਦੇ ਲਈ ਆਪਾਂ ਸੀਮਿਤ ਰੱਖਦੇ ਹਾਂ। ਹੁਣ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਟੈਕਨੀਕਲ ਟੈਕਸਟਾਈਲ ਦਾ ਮਤਲਬ ਹੈ ਕਿ ਜਿਹੜਾ ਵੀ ਤੁਸੀਂ ਇਸ ਤਰੀਕੇ ਦਾ ਸਮਾਨ ਤਿਆਰ ਕਰ ਰਹੇ ਹੋ ਉਹਦੀਆਂ ਟੈਕਨੀਕਲ ਪਰਫਾਰਮੈਂਸ ਤੇ ਫੰਕਸ਼ਨਲ ਪ੍ਰੋਪਰਟੀਜ਼ ਨੂੰ ਹੋਰ ਜ਼ਿਆਦਾ ਤੁਸੀਂ ਅੱਗੇ ਲੈ ਕੇ ਆਓ, ਅਲੱਗ-ਅਲੱਗ ਏਰੀਆ ਵਾਈਜ਼ ਤੁਸੀਂ ਪ੍ਰੋਡਕਟ ਤਿਆਰ ਕਰੋ। ਸੋ 12 ਟੋਟਲ ਕੈਟੇਗਰੀਜ਼ ਦੇ ਵਿੱਚ ਐਪਲੀਕੇਸ਼ਨ ਏਰੀਆਜ਼ ਦੇ ਆਧਾਰ ਉੱਤੇ ਟੈਕਨੀਕਲ ਟੈਕਸਟਾਈਲ ਪ੍ਰੋਡਕਟਸ ਨੂੰ ਵੰਡਿਆ ਗਿਆ। ਨੰਬਰ 1 ਐਗਰੋ ਟੈਕਸਟਾਈਲ, ਜਿਹੜੇ ਐਗਰੀਕਲਚਰ ਦੇ ਵਿੱਚੋਂ ਆਪਾਂ ਸਮਾਨ ਕੱਢਦੇ ਹਾਂ। then buildtech, clothtech, geotech, hometech, indotech, mobiltech, meditech, protech, sporttech, ecotech and pactech। ਸੋ ਇਹ 12 broad categories ਨੇ। ਸੋ ਤੁਹਾਨੂੰ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਕੁਐਸਚਨ ਆ ਸਕਦਾ ਹੈ ਵੀ ਐਗਰੋਟੈਕ, ਕਲੋਥਟੈਕ ਇਹ ਕਿਸ ਤਰ੍ਹਾਂ ਦੀ ਟੈਕਸਟਾਈਲ ਕੈਟੇਗਰੀ ਚ ਆਉਂਦੇ ਨੇ। ਸੋ ਇਹ ਆਉਂਦੇ ਨੇ ਟੈਕਨੀਕਲ ਟੈਕਸਟਾਈਲ ਦੀ ਕੈਟੇਗਰੀ ਵਿੱਚ ਤੇ ਤੁਸੀਂ ਐਗਜ਼ਾਮ ਦੇ ਲਈ ਜਿਹੜਾ ਮਿਸ਼ਨ ਹੈ ਇਹਦਾ ਨਾਮ ਵੀ ਯਾਦ ਰੱਖਣਾ ਹੈ। So next issue is related to topic of technology. So what is the goal of uranium enrichment? ਪਹਿਲਾਂ ਤੁਸੀਂ ਇਹ ਸਮਝੋ ਵੀ ਯੂਰੇਨੀਅਮ ਦਾ ਨਿਊਕਲੀਅਰ ਰਿਐਕਟਰ ਜਾਂ ਨਿਊਕਲੀਅਰ ਬੰਬ ਦੇ ਨਾਲ ਕੀ ਰਿਸ਼ਤਾ ਹੈ। ਯੂਰੇਨੀਅਮ ਦੇ ਅੰਦਰ ਇੱਕ ਇਹੋ ਜਿਹਾ ਅਲੱਗ ਰੇਡੀਓਐਕਟਿਵ ਆਈਸੋਟੋਪ ਪਾਇਆ ਜਾਂਦਾ ਹੈ ਜਿਹਦਾ ਨਾਮ ਹੈ ਯੂਰੇਨੀਅਮ 235 ਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ ਨਿਊਕਲੀਅਰ ਰਿਐਕਟਰਸ ਨੂੰ ਚਲਾਉਣ ਦੇ ਲਈ, ਨਾਲ ਹੀ ਨਿਊਕਲੀਅਰ ਬੰਬ ਦੇ ਵਿੱਚ ਐਜ਼ ਫਿਊਲ। ਸੋ ਪਹਿਲਾਂ ਤੁਸੀਂ ਇੰਨੀ ਗੱਲ ਸਮਝੋ ਕਿ ਯੂਰੇਨੀਅਮ ਦਾ ਫੰਕਸ਼ਨ ਕੀ ਹੈ। ਦੈਨ ਯੂਰੇਨੀਅਮ ਐਨਰਿਚਮੈਂਟ ਦਾ ਮਤਲਬ ਕੀ ਹੈ। ਯੂਰੇਨੀਅਮ ਐਨਰਿਚਮੈਂਟ ਦਾ ਮਤਲਬ ਹੈ ਕਿ ਇਹ ਜਿਹਾ ਪ੍ਰੋਸੈਸ ਜਿਹਦੇ ਨਾਲ ਇੱਕ ਇਫੈਕਟਿਵ ਨਿਊਕਲੀਅਰ ਫਿਊਲ ਤਿਆਰ ਕੀਤਾ ਜਾਂਦਾ ਹੈ ਮਾਈਨਡ ਯੂਰੇਨੀਅਮ ਤੋਂ। ਸੋ ਇਹਦੇ ਅੰਦਰ ਕੀ ਹੁੰਦਾ ਹੈ, ਜਿਹੜਾ ਯੂਰੇਨੀਅਮ 235 ਜਿਹਨੂੰ ਆਪਾਂ ਐਜ਼ ਪਾਵਰ ਤੇ ਐਜ਼ ਫਿਊਲ ਵਰਤਦੇ ਹਾਂ ਨਿਊਕਲੀਅਰ ਰਿਐਕਟਰ ਜਾਂ ਬੰਬ ਦੇ ਵਿੱਚ, ਉਹਦੀ ਜਿਹੜੀ ਪਰਸੈਂਟੇਜ ਹੈ ਯੂਰੇਨੀਅਮ ਐਨਰਿਚਮੈਂਟ ਕਰਕੇ ਉਸ ਪਰਸੈਂਟੇਜ ਨੂੰ ਵਧਾਇਆ ਜਾਂਦਾ ਹੈ। So goal of uranium enrichment is to raise the percentage level of uranium 235 ਤੇ ਇਹ ਕਿਵੇਂ ਕੀਤਾ ਜਾਂਦਾ ਹੈ, ਇਹਨੂੰ ਇੱਕ ਮਾਈਨ ਕਰਕੇ ਕੀਤਾ ਜਾਂਦਾ ਹੈ। ਇਹਦੇ ਲਈ ਸੈਂਟਰੀਫਿਊਗ ਮਸ਼ੀਨਸ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹਾਈ ਸਪੀਡ ਦੇ ਉੱਤੇ ਸਪਿਨ ਕੀਤਾ ਜਾਂਦਾ ਹੈ। ਸੋ ਹੁਣ ਇਸ਼ੂ ਕੀ ਹੈ, ਬੇਸਿਕਲੀ ਜਿਹੜਾ ਤਰੀਕਾ ਹੈ ਯੂਰੇਨੀਅਮ ਐਨਰਿਚਮੈਂਟ ਦਾ, ਇਹ ਜਿਹੜਾ ਮਾਈਨ ਕਰਕੇ ਇਹਨਾਂ ਨੂੰ ਸੈਂਟਰੀਫਿਊਗ ਮਸ਼ੀਨਸ ਦੇ ਥਰੂ ਕੀਤਾ ਜਾਂਦਾ ਹੈ, ਇਹ ਬਹੁਤ ਹੀ ਜ਼ਿਆਦਾ ਟ੍ਰਿਕੀ ਪ੍ਰੋਸੈਸ ਹੈ, ਬਹੁਤ ਥ੍ਰੈਟਨਿੰਗ ਖਤਰਨਾਕ ਪ੍ਰੋਸੈਸ ਹੈ, ਇਹਦੇ ਅੰਦਰ ਕਾਫੀ ਰਿਸਕ ਇਨਵੋਲਵ ਹੈ। So what makes the enrichment particularly threatening is that the tricky process of enrichment becomes far easier and require fewer centrifuge as it moves into higher purities. So this was all about our today's topic and our demo lecture for general science. I hope you liked the video, and if you want to buy this paid course, you can either send email or direct message on Instagram page. So ਜਿਹੜੇ ਵੀ ਮੇਰੇ details ਨੇ email ਦੀਆਂ ਉਹ template ਦੇ ਵਿੱਚ ਜੋ ਮੈਂ starting ਵਿੱਚ share ਕੀਤਾ ਹੈ ਉਹਦੇ ਅੰਦਰ ਲਿਖੀਆਂ ਹੋਈਆਂ ਨੇ। ਸੋ ਤੁਸੀਂ email ਭੇਜ ਸਕਦੇ ਹੋ ਜੇ ਤੁਸੀਂ ਕੱਲੇ notes buy ਕਰਨੇ ਨੇ ਜਾਂ ਫਿਰ ਤੁਸੀਂ ਕਿਸੇ ਇੱਕ particular subject ਦੇ notes buy ਕਰਨੇ ਨੇ or you want to buy only test, or you can also enroll yourself in only video lectures. So that is completely up to you, whatever way you feel like you can do that. So for any inquiry you can send email on legalvictor02896@gmail.com, or you can send direct message on Instagram page Victor's Knowledge. Thank you and good luck.